ਹੋਰਾਂ ਵਾਂਗੂ ਨੇਰਾ ਢੋਂਦੇ, ਰਾਤ ਬਰਾਤੇ ਜੀ ਲੈਣਾ ਸੀ। ਹੋਰਾਂ ਵਾਂਗੂ ਨੇਰਾ ਢੋਂਦੇ, ਰਾਤ ਬਰਾਤੇ ਜੀ ਲੈਣਾ ਸੀ। ਦਿਲ ਨੂੰ ਜੇਕਰ ਅੱਗ ਨਾ ਲੱਗਦੀ, ਦਿਲ ਨੂੰ ਜੇਕਰ ਅੱਗ ਨਾ ਲੱਗਦੀ, ਮੈਂ ਚਾਨਣ ਤੋਂ ਕੀ ਲੈਣਾ ਸੀ। ਹੋਰਾਂ ਵਾਂਗੂ ਨੇਰਾ ਢੋਂਦੇ, ਦਿਲ ਨੂੰ ਜੇਕਰ ਅੱਗ ਨਾ ਲੱਗਦੀ, ਦਿਲ ਨੂੰ ਜੇਕਰ ਅੱਗ ਨਾ ਲੱਗਦੀ, ਮੈਂ ਚਾਨਣ ਤੋਂ ਕੀ ਲੈਣਾ ਸੀ। ਹੋਰਾਂ ਵਾਂਗੂ ਨੇਰਾ ਢੋਂਦੇ। ਕਵਿਤਾ ਦਾ, ਸਾਹਿਤ ਦਾ, ਕਲਾ ਦਾ ਬੰਦੇ ਦੀ ਕਿਸੇ ਖਾਸ ਮਨੋਬਣਤਰ, ਕਿਸੇ ਖਾਸ ਮਨੋਵਸਥਾ ਦੇ ਵਕਤ ਉਹਦਾ ਇੱਕ ਸੰਬੰਧ ਬਣਦਾ। ਇਹਨੂੰ ਅਸੀਂ ਉਹਦੀ ਉਮਰ ਨਾਲ ਵੀ ਮਿਲ ਸਕਦੇ ਹਾਂ ਕਿ ਕਿਸ ਉਮਰ 'ਚੋਂ ਇਸ ਪਾਸੇ ਆਇਆ, ਕਿਹੜੀਆਂ ਘਟਨਾਵਾਂ ਕਰਕੇ ਇਸ ਪਾਸੇ ਆਇਆ, ਕਿਹੜੇ ਮਾਹੌਲ ਕਾਰਨ ਉਹ ਇਸ ਪਾਸੇ ਨੂੰ ਰੁਚਿਤ ਹੋਇਆ। ਤਾਂ ਕਵਿਤਾ ਨਾਲ ਮੇਰਾ ਜਿਹੜਾ ਤਾਲੁਕ ਹੈ ਉਹ ਲਗਭਗ ਕੋਈ ਮੇਰਾ ਖਿਆਲ 16ਵੇਂ 17ਵੇਂ ਸਾਲ ਦੇ ਅੰਦਰ ਸੰਬੰਧ ਬਣਦਾ ਹੈ। ਉਸ ਤੋਂ ਕੋਈ 2-1.5 ਸਾਲ ਪਹਿਲਾਂ ਜਦੋਂ ਮੈਂ 10ਵੀਂ ਜਮਾਤ ਪਾਸ ਕੀਤੀ ਸੀ, ਤਾਂ ਉਦੋਂ ਤੱਕ ਮੈਨੂੰ ਕੋਈ ਬਿਲਕੁਲ ਇਸ ਤਰ੍ਹਾਂ ਦਾ ਆਵਾਜ਼ ਨਹੀਂ ਸੀ, ਅੰਦਾਜ਼ਾ ਨਹੀਂ ਸੀ ਕਿ ਮੈਂ ਕਵਿਤਾ ਲਿਖ ਸਕਦਾ ਜਾਂ ਕਵਿਤਾ ਵਿੱਚ ਮੇਰੀ ਰੁਚੀ ਬਣ ਸਕਦੀ ਹੈ। ਜਦੋਂ ਮੈਂ 1976 ਦੇ ਅੰਦਰ ਜਾ ਕੇ ਗੁਰੂ ਤੇਗ ਬਹਾਦਰਗੜ੍ਹ ਰੋਡੇ ਲੰਡੇ ਦੇ ਵਿੱਚ ਡਿਪਲੋਮਾ ਇਨ ਇਲੈਕਟ੍ਰੀਕਲ ਇੰਜੀਨੀਅਰਿੰਗ ਕਰਨ ਲਈ ਦਾਖਲ ਹੋਣਾ, ਤਾਂ ਉੱਥੇ ਫਿਰ ਕਈ ਚੀਜ਼ਾਂ ਆਲੇ ਦੁਆਲੇ ਮੇਰੇ ਵਾਪਰਦੀਆਂ ਜਿਹੜੀਆਂ ਮੈਨੂੰ ਕਵਿਤਾ ਦੇ ਰਾਹ ਤੋਰਦੀਆਂ, ਇੱਕ ਤਰੀਕੇ ਨਾਲ ਉਂਗਲ ਫੜ ਕੇ ਜਾਂ ਇੱਕ ਮੇਰਾ ਰਸਤਾ ਬਣਾਉਂਦੀਆਂ ਨੇ ਕਵਿਤਾ ਨਾਲ ਤਾਲੁਕ ਦਾ। ਉਹ ਗੱਲਾਂ ਕੁਝ ਇਸ ਤਰ੍ਹਾਂ ਦੀਆਂ ਸੀ ਕਿ ਪੰਜਾਬ ਦੇ ਅੰਦਰੋਂ ਜਿਹੜਾ ਨਕਸਲਬਾੜੀ ਅੰਦੋਲਨ ਸੀ ਉਹ ਕਾਫੀ ਦੇਰ ਦਾ ਉਤਰ ਚੁੱਕਾ ਸੀ, ਪਰ ਉਹਦੇ ਜਿਹੜੇ ਪਿੱਛੇ ਕੁਝ ਅਸਰ ਸੀ ਜਥੇਬੰਦਕ ਤੌਰ 'ਤੇ ਕਿਸਾਨੀ ਦੇ ਮਸਲਿਆਂ ਨੂੰ ਲੈ ਕੇ, ਪੁਲਿਸ ਦੇ ਜ਼ਬਰ ਨੂੰ ਲੈ ਕੇ ਜਾਗਰੂਕਤਾ, ਜਾਂ ਇਸ ਤਰ੍ਹਾਂ ਦੇ ਜਿਹੜੇ ਮਸਲੇ ਸੀ ਆਲੇ ਦੁਆਲੇ ਪੇਂਡੂ ਖੇਤਰ ਦੇ ਵਿੱਚ ਖਾਸ ਤੌਰ 'ਤੇ ਬਣੇ ਹੋਏ ਸੀ। ਤਾਂ ਇੱਕ ਤਾਂ ਉਹਦਾ ਅਸਰ ਸੀ ਜਦੋਂ ਮੈਂ ਉਸ ਜਗ੍ਹਾ ਉੱਤੇ ਪੜ੍ਹਨ ਗਿਆ। ਆਲੇ ਦੁਆਲੇ ਇਸ ਤਰ੍ਹਾਂ ਦੇ ਮੁਜ਼ਾਹਰੇ ਹੁੰਦੇ ਸੀ, ਥਾਣਿਆਂ ਨੂੰ ਘੇਰਿਆ ਜਾਂਦਾ ਸੀ, ਬੱਸਾਂ ਨੂੰ ਰੋਕਿਆ ਜਾਂਦਾ ਸੀ। ਤਾਂ ਜਿਸ ਕਿਸਮ ਦੀ ਵੀ ਵਿਦਿਆਰਥੀਆਂ ਦੀ ਇੱਕ ਤਰ੍ਹਾਂ ਸਰਗਰਮੀ ਹੁੰਦੀ ਹੈ, ਉਹ ਮੈਂ ਆਲੇ ਦੁਆਲੇ ਉਸ ਨੂੰ ਵੇਖਦਾ ਵਾਚਦਾ ਸੀ, ਅਤੇ ਸ਼ਾਇਦ ਉਹਦੇ ਨਾਲ ਮੇਰੀ ਇੱਕ ਥੋੜ੍ਹੀ ਜਿਹੀ ਸਮਝ ਬਣੀ ਕਿ ਮੇਰੇ ਅੰਦਰ ਕੋਈ ਚੀਜ਼ ਪਨਪ ਰਹੀ ਹੈ ਜਿਹਨੂੰ ਮੈਂ ਥੋੜ੍ਹਾ ਬਹੁਤ ਕਹਿਣਾ ਚਾਹੁੰਦਾ ਕਿਸੇ ਨਾ ਕਿਸੇ ਰੂਪ ਦੇ ਅੰਦਰ। ਦੂਸਰਾ ਕਾਰਨ ਉੱਥੇ ਬਣਿਆ ਕਿ ਜਦੋਂ ਮੈਂ ਗੁਰੂ ਤੇਗ ਬਹਾਦਰਗੜ੍ਹ ਰੋਡੇ ਦੇ ਕਾਲਜ ਦੇ ਪੋਲੀਟੈਕਨਿਕ ਦੇ ਵਿੱਚ ਪੜ੍ਹ ਰਿਹਾ ਸੀ, ਤਾਂ ਉੱਥੇ ਕੁਝ ਸ਼ਾਇਰ ਆਉਂਦੇ ਸੀ ਉਸ ਨਕਸਲਬਾੜੀ ਅੰਦੋਲਨ ਦੀ ਜਥੇਬੰਦੀਆਂ ਦੇ ਸੰਬੰਧ ਵਿੱਚ। ਸਾਨੂੰ ਪਤਾ ਲੱਗਦਾ ਸੀ ਕਿ ਕੁਝ ਬੰਦੇ ਉਹਨਾਂ 'ਚੋਂ ਰੂਪੋਸ਼ ਵੀ ਸੀ ਉਹਨਾਂ ਦਿਨਾਂ ਦੇ ਅੰਦਰ। ਅਤੇ ਜੇ ਮੈਨੂੰ ਯਾਦ ਆਉਂਦਾ ਹੋਵੇ ਤਾਂ ਬਿੱਕਰ ਸਿੰਘ ਐਸ਼ੀ ਨਾਂ ਦੇ ਉਸ ਸਮੇਂ ਸਟੂਡੈਂਟ ਲੀਡਰ ਹੁੰਦੇ ਸੀਗੇ। ਫਿਰ ਮੇਰੇ ਸਹਿਪਾਠੀ ਹੁੰਦੇ ਸੀ ਉੱਥੇ ਜਸਵਿੰਦਰ, ਜਿਹੜੇ ਬਾਅਦ ਵਿੱਚ ਬਹੁਤ ਸ਼ਾਨਦਾਰ ਗਜ਼ਲਕਾਰ ਬਣ ਕੇ ਸਾਡੇ ਸਾਹਮਣੇ ਆਉਂਦੇ ਹੈ।
ਮੇਰੇ ਸੀਨੀਅਰ ਨੇ। ਇਸੇ ਤਰ੍ਹਾਂ ਸੁਖਦਰਸ਼ਨ ਨੱਤ ਸੀ ਜਿਹੜੇ ਬਾਅਦ ਵਿੱਚ ਜਾ ਕੇ ਫਿਰ ਮੁਲਾਜ਼ਮ ਤੇ ਕਿਸਾਨੀ ਤੇ ਪੇਂਡੂ ਜਿਹੜੀਆਂ ਜਥੇਬੰਦੀਆਂ ਨੇ ਉਹਦੀ ਸਰਗਰਮੀ ਵਿੱਚ ਬਹੁਤ ਉਹਨਾਂ ਦਾ ਇੱਕ ਵੱਡਾ ਯੋਗਦਾਨ ਬਣਿਆ। ਤਾਂ ਇਸ ਤਰੀਕੇ ਨਾਲ ਇਹ ਜਿਹੜੇ ਲੋਕ ਉੱਥੇ ਵਿਚਰਦੇ ਸੀ ਇਸ ਕਿਸਮ ਦੀ ਵਿਚਾਰਧਾਰਾ, ਇਸ ਕਿਸਮ ਦੇ ਆਪਣੇ ਇੱਕ ਪ੍ਰਗਟਾਵੇ ਦੇ ਨਾਲ, ਤਾਂ ਮੇਰਾ ਇਹਨਾਂ ਨਾਲ ਮੇਲ ਜੋਲ ਹੋਇਆ ਤੇ ਮੈਂ ਪ੍ਰਭਾਵਿਤ ਹੋਇਆ ਤੇ ਮੇਰਾ ਦਿਲ ਕੀਤਾ ਕਿ ਮੈਂ ਵੀ ਇਹਨਾਂ ਵਰਗਾ ਬਣਾ, ਇਹਨਾਂ ਵਾਂਗੂ ਲੋਕ ਮੈਨੂੰ ਜਾਣਦੇ ਹੋਣ, ਇਹਨਾਂ ਵਰਗੀ ਇੱਕ ਸਾਰੀ ਦੀ ਸਾਰੀ ਮੇਰੀ ਵੀ ਚਰਚਾ ਹੋਵੇ। ਤਾਂ ਜਿਹੜਾ ਮੁੱਢਲੇ ਤੌਰ ਤੇ ਬਹੁਤ ਮੈਨੂੰ, ਜੇ ਮੈਂ ਪਿੱਛੇ ਝਾਤੀ ਮਾਰਦਾ ਤਾਂ ਮੈਨੂੰ ਜਿਹੜਾ ਸਭ ਤੋਂ ਇੱਕ ਬੜਾ ਕਹਿ ਲਓ ਪੱਕਾ ਬਿੰਦੂ ਤਲਾਸ਼ ਵਿੱਚ ਮੇਰੀ ਜਾਂ ਪਕੜ ਵਿੱਚ ਆਉਂਦਾ ਉਹ ਇਹੀ ਸੀ ਕਿ ਮੈਂ ਇੱਕ ਤਰ੍ਹਾਂ ਉਹਨਾਂ ਕਵੀਆਂ ਵਾਂਗੂ, ਉਹਨਾਂ ਜਿਹੜੇ ਲੀਡਰ ਸੀ ਵਾਂਗੂ ਮਸ਼ਹੂਰ ਹੋਣ ਲਈ, ਪ੍ਰਸਿੱਧ ਹੋਣ ਲਈ ਇੱਕ ਤਰੀਕੇ ਨਾਲ ਕਵਿਤਾ ਦਾ ਰਸਤਾ ਮੇਰੇ ਮਨ 'ਚ ਜਿਹੜਾ ਸਭ ਤੋਂ ਸੌਖਾ ਲੱਗਦਾ ਸੀ ਕਿ ਉਹ ਰਸਤਾ ਬਣਿਆ। ਤੇ ਬਹੁਤ ਦਿਲਚਸਪ ਗੱਲ ਹੈ ਕਿ ਉਸ ਸਮੇਂ ਵਿਚਾਰਧਾਰਾ ਦੀ, ਆਈਡੀਆਲੋਜੀ ਦੀ, ਪ੍ਰਤੀਬੱਧਤਾ ਦੀ, ਸਾਹਿਤ ਦੀ ਕਿਸੇ ਸਿਨਫ ਦੀ ਬਿਲਕੁਲ ਕੋਈ ਸਮਝ ਨਹੀਂ ਸੀ। ਤੇ ਉਸ ਸਮੇਂ ਫਿਰ ਮੈਂ ਕੁਛ ਰਚਨਾਵਾਂ ਐਸੀਆਂ ਲਿਖੀਆਂ, ਸ਼ਾਇਦ ਮੈਨੂੰ ਲੱਗਦਾ ਕਿ ਜਿਹੜੀ ਮੇਰੀ ਪਹਿਲੀ ਕਵਿਤਾ ਸੀ ਉਹ ਕੋਈ 5-4 ਲਾਈਨਾਂ ਦੀ ਸੀ, ਇਸ ਤਰ੍ਹਾਂ ਕਿ ਇੱਕ ਸ਼ਹੀਦ ਦਾ ਮਾਂ ਦੇ ਨਾਂ ਆਖਰੀ ਸੁਨੇਹਾ ਕਿ ਮਾਏ ਨੀ ਮਾਏ ਮੇਰੀ ਲਾਸ਼ ਉੱਤੇ ਹੰਝੂ ਨਾ ਵਹਾਵੀਂ, ਕੁਛ ਇਸ ਤਰ੍ਹਾਂ ਦਾ ਉਹਦਾ ਭਾਵ ਸੀ, ਮਫਹੂਮ ਸੀ। ਤਾਂ ਇਹ ਮੇਰੀਆਂ ਪਹਿਲੀਆਂ ਜਿਹੜੀਆਂ ਚੀਜ਼ਾਂ ਸੀ ਲਿਖਣੀਆਂ ਮੈਂ ਸ਼ੁਰੂ ਕੀਤੀਆਂ ਉੱਥੇ 16-17 ਸਾਲ ਦੀ ਉਮਰ ਦੇ ਅੰਦਰ। ਤਾਂ ਉਹਦੀ ਜਿਹੜੀ ਪਹਿਲੀ ਜਗ੍ਹਾ ਜਾਂ ਲੋਕੈਲ ਬਣਿਆ ਉਹ ਗੁਰੂ ਤੇਗ ਬਹਾਦਰ ਕਾਲਜ ਰੋਡੇ ਲੰਡੇ ਸੀ। ਹਾਲਾਂਕਿ ਪੜ੍ਹਾਈ ਦੇ ਮਾਮਲੇ ਦੇ ਵਿੱਚ ਉਹ ਬਹੁਤ ਇੱਕ ਔਖੀ ਪੜ੍ਹਾਈ ਸੀ ਇੰਜੀਨੀਅਰਿੰਗ ਦੀ, ਜਿਹੜੀ ਮੇਰੇ ਸੁਭਾਅ ਨਾਲ ਮੇਲ ਨਹੀਂ ਖਾਂਦੀ ਸੀ। ਤਾਂ ਗੁਰੂ ਤੇਗ ਬਹਾਦਰਗੜ੍ਹ ਰੋਡੇ ਦੀ ਜਿਹੜਾ ਮੇਰਾ ਕਿਆਮ ਸੀ, ਜਿਹੜਾ 3 ਸਾਲ ਦਾ ਹੋਣਾ ਚਾਹੀਦਾ ਸੀ ਡਿਪਲੋਮਾ ਦਾ, ਉਹ ਫਿਰ ਮੇਰਾ ਖਿਆਲ ਕੋਈ 4.5 ਸਾਲ ਦਾ ਬਣਿਆ। ਤਾਂ ਇੱਕ ਤਰੀਕੇ ਨਾਲ ਉਹ ਬੜਾ ਕੌੜੀਆਂ ਯਾਦਾਂ ਨੇ ਮੇਰੀਆਂ, ਪਰ ਮੈਂ ਇਸ ਕਰਕੇ ਵੀ ਬਹੁਤ ਉਸ ਕਾਲਜ ਨੂੰ ਮਿਠਾਸ ਨਾਲ ਯਾਦ ਕਰਦਾ ਕਿ ਉਸ ਕਾਲਜ ਨੇ ਮੈਨੂੰ ਕਵਿਤਾ ਦੇ ਨਾਲ ਜੋੜਿਆ, ਕਵਿਤਾ ਦੇ ਰਸਤੇ ਮੈਨੂੰ ਪਾਇਆ। ਤੇ ਜੇ ਉਹ ਕਵਿਤਾ ਦੇ ਕਾਰਨਾਂ ਨੂੰ ਲੱਭਣ ਤੁਰੀਏ ਤਾਂ ਸ਼ਾਇਦ ਇਹ ਸੀ ਕਿ ਮੈਂ ਜਿਹੜਾ ਡਿਪਲੋਮਾ ਸੀ ਉਹਦੀ ਪੜ੍ਹਾਈ ਮੈਨੂੰ ਔਖੀ ਲੱਗਦੀ ਸੀ, ਉਹਦੇ ਵਿੱਚ ਮੈਂ ਕਈ ਸਬਜੈਕਟ ਵਿੱਚ ਲਗਾਤਾਰ ਫੇਲ ਹੁੰਦਾ ਰਿਹਾ। ਤਾਂ ਉਹ ਸ਼ਾਇਦ ਕੋਈ ਇਸ ਕਿਸਮ ਦੀ ਮੇਰੇ ਅੰਦਰ ਤਕਲੀਫ ਸੀ, ਕੋਈ ਮਹਿਰੂਮੀ ਸੀ ਬਣ ਗਈ, ਜਾਂ ਮੇਰੇ ਅੰਦਰ ਕੋਈ ਇਸ ਤਰ੍ਹਾਂ ਦਾ ਇੱਕ ਭਾਵ ਬਣ ਗਿਆ। ਤਾਂ ਫਿਰ ਮਤਲਬ ਕਵਿਤਾ ਜਿਹੜੀ ਸੀ ਉਹਨੇ ਸ਼ਾਇਦ ਮੈਨੂੰ ਆਸਰਾ ਦਿੱਤਾ ਜਾਂ ਇਸ ਰਾਹ ਵਿੱਚੋਂ ਨਿਕਲਣ ਦਾ ਮੈਨੂੰ ਮੌਕਾ ਦਿੱਤਾ। ਤਾਂ ਇਸ ਸਾਰੇ ਸਿਲਸਿਲੇ ਦੇ ਅੰਦਰ ਇਸ ਤਰੀਕੇ ਨਾਲ ਮੇਰਾ ਸਬਬ ਬਣਿਆ। ਹਾਲਾਂਕਿ ਇਹਨੂੰ ਅਲੱਗ ਇੱਕ ਤਰੀਕੇ ਨਾਲ ਵੀ ਦੇਖਿਆ ਜਾ ਸਕਦਾ ਹੈ, ਕਿਉਂਕਿ ਮੇਰੇ ਪਿਤਾ ਜੀ ਹਰਮਿੰਦਰ ਸਿੰਘ ਗੁਹਾਰਵਾਲਾ ਇੱਕ ਅੱਛੇ ਸ਼ਾਇਰ ਨੇ, ਪੰਜਾਬੀ ਦੇ ਲੋਕ ਪੱਖੀ, ਲੋਕਮੁਖੀ ਸ਼ਾਇਰ ਨੇ। ਉਹ ਮੁਲਾਜ਼ਮ ਲਹਿਰ ਵਿੱਚ ਵੀ ਉਹਨਾਂ ਨੇ ਬਹੁਤ ਸਾਰਾ ਕੰਮ ਕੀਤਾ, ਅਧਿਆਪਕ ਜਿਹੜੀ ਜਥੇਬੰਦੀ ਸੀ ਉਹਦੇ ਵਿੱਚ ਸਰਗਰਮੀ ਨਾਲ ਹਿੱਸਾ ਲਿਆ। ਤਾਂ ਉਹ ਵੀ ਕਵਿਤਾ ਲਿਖਦੇ ਨੇ, ਹੁਣ ਤੱਕ ਵੀ ਕਵਿਤਾ ਉਹਨਾਂ ਦੀ ਸਰਗਰਮੀ ਚੱਲਦੀ ਹੈ। ਪਰ ਮੈਨੂੰ ਜਦੋਂ ਮੈਂ ਕਵਿਤਾ ਵਾਲੇ ਪਾਸੇ ਆਇਆ, ਮੈਨੂੰ ਬਹੁਤਾ ਉਹਦਾ ਅੰਦਾਜ਼ਾ ਨਹੀਂ ਸੀ ਕਿ ਉਹ ਕਿਸ ਕਿਸਮ ਦੀ ਕਵਿਤਾ ਲਿਖਦੇ। ਸ਼ਾਇਦ ਮੈਂ ਕੋਈ ਇੱਕ ਅੱਧ ਉਹਨਾਂ ਦੀ ਕਵਿਤਾ ਜ਼ਰੂਰ ਸੁਣੀ ਹੋਏਗੀ। ਤਾਂ ਬਹੁਤ ਵਾਰੀ ਮੇਰੇ ਨਾਲ ਇਸ ਤਰ੍ਹਾਂ ਦਾ ਸਵਾਲ ਵੀ ਕੀਤਾ ਜਾਂਦਾ ਕਿ ਸ਼ਾਇਦ ਪਰਿਵਾਰ ਵਿੱਚੋਂ ਜਾਂ ਇਸ ਤਰ੍ਹਾਂ ਦੇ ਇੱਕ ਵਿਰਾਸਤ ਵਿੱਚੋਂ ਕਵਿਤਾ ਮੇਰੇ ਤੱਕ ਆਈ। ਤਾਂ ਅਸਲ ਵਿੱਚ ਇਹ ਹੈ ਕਿ ਇਸ ਤਰ੍ਹਾਂ ਨਹੀਂ ਹੋਇਆ। ਕਵਿਤਾ ਮੈਨੂੰ ਘਰ ਤੋਂ ਬਾਹਰ ਮਿਲੀ। ਤਾਂ ਉਸ ਜਗ੍ਹਾ 'ਤੇ ਮੈਂ ਕਵਿਤਾ ਦੇ ਇੱਕ ਤਰ੍ਹਾਂ ਨਾਲ ਲੜ ਲੱਗਿਆ, ਅਤੇ ਜਿਹੜੀਆਂ ਮੇਰੀਆਂ ਪਹਿਲੀਆਂ ਕਵਿਤਾਵਾਂ ਸੀ ਉਹਨਾਂ ਦੇ ਅੰਦਰ ਇੱਕ ਸਮਾਜ ਨੂੰ ਬਦਲ ਦੇਣ ਦਾ, ਇਨਕਲਾਬ ਦੇ ਰਸਤੇ 'ਤੇ ਚੱਲਣ ਦਾ, ਇਸ ਤਰ੍ਹਾਂ ਦੀਆਂ ਮੇਰੀਆਂ ਜਿਹੜੀਆਂ ਪਹਿਲੀਆਂ ਕਵਿਤਾਵਾਂ ਸੀ ਉਹ ਬਣੀਆਂ। ਕਵਿਤਾ ਦੀ ਪੈਦਾਵਾਰ ਬਾਰੇ ਬਹੁਤ ਕੋਈ ਸ਼ਾਇਦ ਸਟੀਕ ਤੌਰ 'ਤੇ ਕੋਈ ਵੀ ਨਾ ਦੱਸ ਸਕਦਾ ਹੋਵੇ ਕਿ ਕਵਿਤਾ ਬਣਦੀ ਕਿਸ ਤਰ੍ਹਾਂ ਹੈ, ਕਵੀ ਕਿਸ ਤਰ੍ਹਾਂ ਕਵਿਤਾ ਤੱਕ ਆਉਂਦਾ, ਜਾਂ ਕਵਿਤਾ ਕਿਸ ਤਰ੍ਹਾਂ ਕਵੀ ਤੱਕ ਆਉਂਦੀ ਹੈ। ਇਹ ਬਹੁਤ ਗੁੰਝਲਦਾਰ ਮਸਲੇ ਨੇ। ਬਹੁਤ ਸਾਰੇ ਲੇਖਕਾਂ, ਕਵੀਆਂ ਨੇ ਇਹਦੇ ਬਾਰੇ ਟਿੱਪਣੀਆਂ ਕੀਤੀਆਂ ਵੀ ਨੇ।
ਹਰ ਬੰਦਾ ਆਪਣੇ ਅਨੁਭਵ 'ਚੋਂ ਉਸ ਸਿਨਫ ਨਾਲ ਜਾਂ ਉਸ ਸਾਹਿਤ ਰਚਨਾ ਨਾਲ, ਕਲਾ ਨਾਲ ਜਾਂ ਕਵਿਤਾ ਨਾਲ ਜੁੜਦਾ ਹੈ। ਮੇਰਾ ਜਿਹੜਾ ਕਵਿਤਾ ਦੇ ਨਾਲ ਜੋੜ ਮੇਲ ਜਾਂ ਕਵਿਤਾ ਮੇਰੇ ਅੰਦਰ ਕਿਸ ਤਰ੍ਹਾਂ ਇੱਕ ਤਰ੍ਹਾਂ ਪੈਦਾ ਹੁੰਦੀ, ਮੈਨੂੰ ਇਹ ਲੱਗਦਾ ਹੁੰਦਾ ਕਿ ਇੱਕ ਤਾਂ ਸ਼ਾਇਦ ਬੰਦੇ ਦੇ ਅੰਦਰ ਕੋਈ ਨਾ ਕੋਈ ਇੱਕ ਖਾਸ ਕਿਸਮ ਦੀ ਮਹਿਰੂਮੀ, ਖਾਸ ਕਿਸਮ ਦੀ ਊਣਤਾਈ, ਖਾਸ ਕਿਸਮ ਦੀ ਕੋਈ ਤਲਾਸ਼, ਖਾਸ ਕਿਸਮ ਦੀ ਕੋਈ ਜੁਸਤਜੂ, ਚਾਹੇ ਉਹ ਚੇਤਨ ਰੂਪ 'ਚ ਹੋਵੇ ਚਾਹੇ ਅਵਚੇਤਨ ਰੂਪ 'ਚ ਹੋਵੇ, ਉਹ ਕਿਤੇ ਨਾ ਕਿਤੇ ਉਹਦੇ ਅੰਦਰ ਪਈ ਹੁੰਦੀ ਹੈ। ਫਿਰ ਉਹਦਾ ਸੰਵੇਦਨਸ਼ੀਲ ਹੋਣਾ ਬਹੁਤ ਲਾਜ਼ਮੀ ਹੈ, ਕਿਉਂਕਿ ਆਮ ਬੰਦਾ ਜਿਹੜਾ ਸੰਵੇਦਨਾ ਦੇ ਪੱਧਰ ਉੱਤੇ ਚੀਜ਼ਾਂ ਨੂੰ ਹੋਰ ਤਰੀਕੇ ਨਾਲ ਨਹੀਂ ਦੇਖ ਸਕਦਾ, ਉਹ ਸ਼ਾਇਦ ਕਵੀ ਨਹੀਂ ਬਣ ਸਕਦਾ। ਤੀਜਾ, ਭਾਸ਼ਾ ਉੱਤੇ ਤੁਹਾਡੀ ਪਕੜ, ਭਾਸ਼ਾ ਨਾਲ ਤੁਹਾਡਾ ਗਹਿਨ ਸੰਬੰਧ ਹੋਣਾ ਬਹੁਤ ਲਾਜ਼ਮੀ ਹੈ। ਤਾਂ ਇਹ 3-4 ਚੀਜ਼ਾਂ ਮੈਨੂੰ ਲੱਗਦਾ ਹੁੰਦਾ ਕਿ ਜਿਹੜਾ ਕਵੀ ਬਣਨ ਲਈ ਖਾਸ ਤੌਰ 'ਤੇ ਬਹੁਤ ਜ਼ਰੂਰੀ ਨੇ। ਅਤੇ ਇਹ ਚੀਜ਼ਾਂ ਸ਼ਾਇਦ ਮੇਰੇ ਨਜ਼ਦੀਕ ਵੀ ਇਸ ਰੂਪ ਵਿੱਚ ਆਈਆਂ ਕਿ ਮੈਂ ਕਵਿਤਾ ਵਾਲੇ ਪਾਸੇ ਆ ਸਕਿਆ। ਜਿੱਥੋਂ ਤੱਕ ਕਵਿਤਾ ਦੇ ਪੈਦਾ ਹੋਣ ਦਾ ਸਵਾਲ ਹੈ, ਉਹ ਹੈ ਕਿ ਸ਼ਾਇਦ ਕਿਸੇ ਅਣਦਿਸਦੇ ਦੁੱਖ 'ਚੋਂ, ਅਣਜਾਣੇ ਦੁੱਖ 'ਚੋਂ, ਬਹੁਤ ਵਾਰ ਸੰਤਾਪ 'ਚੋਂ, ਕਿਸੇ ਖੁਸ਼ੀ 'ਚੋਂ, ਜੇ ਖੁਸ਼ੀ 'ਚੋਂ ਵੀ ਹੈ ਤਾਂ ਸ਼ਾਇਦ ਉਹਦੇ ਪਿੱਛੇ ਵੀ ਇੱਕ ਜਿਹੜਾ ਉਹਦੀ ਗੈਰ ਹਾਜ਼ਰੀ ਵਿੱਚ ਪੈਦਾ ਹੋਣ ਵਾਲੇ ਦੁੱਖ ਦੀ ਇੱਕ ਤਰ੍ਹਾਂ ਆਪਾਂ ਕਹਿ ਸਕਦੇ ਹਾਂ ਕਿ ਖਤਰਾ ਜਾਂ ਜੋਖਮ ਜਾਂ ਉਹਦਾ ਮੁਕਾਮ ਬਣਿਆ ਰਹਿੰਦਾ ਹੈ, ਉਹਦੀ ਇੱਕ ਪੋਸੀਬਿਲਿਟੀ ਬਣੀ ਰਹਿੰਦੀ ਹੈ। ਤਾਂ ਕੋਈ ਨਾ ਕੋਈ ਸੰਤਾਪ, ਕੋਈ ਨਾ ਕੋਈ ਦੁੱਖ, ਕੋਈ ਨਾ ਕੋਈ ਖੁਸ਼ੀ, ਕੋਈ ਨਾ ਕੋਈ ਜਗਿਆਸਾ, ਕੋਈ ਨਾ ਕੋਈ ਭਾਵ, ਕੋਈ ਨਾ ਕੋਈ ਹੁਲਾਰ, ਇਹ ਸਾਰਾ ਕੁਝ ਕਿਸੇ ਨਾ ਕਿਸੇ ਰੂਪ 'ਚ ਜਾਂ ਮਿਲ ਕੇ ਕਵਿਤਾ ਸ਼ਾਇਦ ਬਣਦੇ ਨੇ। ਅਤੇ ਇਸ ਤਰ੍ਹਾਂ ਕਵਿਤਾ ਫਿਰ ਬਹੁਤ ਵਾਰ ਕਿਸੇ ਘਟਨਾ 'ਚੋਂ ਨਿਕਲਦੀ ਹੈ, ਬਹੁਤ ਵਾਰ ਕੋਈ ਚੀਜ਼ ਤੁਹਾਡੇ ਅੰਦਰ ਪਈ ਹੁੰਦੀ ਹੈ ਅਤੇ ਅਚਾਨਕ ਫਿਰ ਸ਼ਬਦਾਂ ਰਾਹੀਂ ਵੀ ਇਸ ਤਰ੍ਹਾਂ ਵਾਪਰ ਜਾਂਦਾ। ਮੇਰੇ ਨਾਲ ਬਹੁਤ ਵਾਰੀ ਐਵੇਂ ਵੀ ਹੁੰਦਾ ਕਿ ਕੋਈ ਅਚਾਨਕ ਕੋਈ ਸਤਰ ਵਾਂਗੂ, ਜਿਵੇਂ ਗਾਲਿਬ ਹੋਰਾਂ ਨੇ ਵੀ ਕਿਹਾ ਕਿ ਆਤੇ ਹੈ ਗੈਬ ਸੇ ਜੇ ਮਜ਼ਾਮੀ ਖਿਆਲ ਮੇ, ਕਿ ਜਿਹੜੇ ਪਹਿਲੇ ਵਿਸ਼ੇ ਤੁਹਾਡੇ ਅੰਦਰ ਉਤਰਦੇ ਉਹ ਸ਼ਾਇਦ ਕਿਸੇ ਐਸੀ ਗੈਬੀ ਸਪੇਸ 'ਚੋਂ ਆਉਂਦੇ ਆ। ਤੁਸੀਂ ਉਹਦੇ ਆਲੇ ਦੁਆਲੇ ਆਪਣੇ ਅਨੁਭਵ 'ਚੋਂ, ਆਪਣੀ ਸਮਝ 'ਚੋਂ ਜਾਂ ਆਪਣੀ ਜਿਹੜੀ ਪਰੰਪਰਾ ਹੁੰਦੀ ਹੈ ਕਵਿਤਾ ਦੀ, ਉਹਦੇ ਨਾਲ ਸੰਬੰਧਿਤ ਹੁੰਦੇ ਹੋਏ ਇੱਕ ਕਵਿਤਾ ਨੂੰ ਪੈਦਾ ਕਰਦੇ ਹੋ। ਇਹਦੇ ਵਿੱਚੋਂ ਹੀ ਤੁਸੀਂ ਕਿਸ ਕਿਸਮ ਦੀ ਕਵਿਤਾ ਲਿਖਦੇ ਹੋ, ਤੁਸੀਂ ਕਵਿਤਾ ਦੇ ਕਿਹੜੇ ਰੂਪ ਵਿੱਚ ਜਾਂਦੇ ਹੋ, ਇਹ ਸ਼ਾਇਦ ਗੱਲਾਂ ਵੀ ਇਸੇ ਨਾਲ ਹੀ ਤਾਲੁਕ ਰੱਖਦੀਆਂ ਨੇ। ਘੱਟ ਲਿਖਣ ਵਾਲੀ ਜਿਹੜੀ ਗੱਲ ਹੈ, ਇਹਦਾ ਜਵਾਬ ਸ਼ਾਇਦ ਇਸ ਤਰ੍ਹਾਂ ਦਾ ਕਿ ਮੇਰੀ ਆਪਣੀ ਤਬੀਅਤ ਦਾ ਹੀ ਇਹ ਇੱਕ ਤਰੀਕਾ ਹੈ। ਮੈਂ ਆਮ ਜ਼ਿੰਦਗੀ 'ਚ ਵੀ ਚੁੱਪਚਾਪ, ਸ਼ਾਂਤ ਜਿਹਾ ਆਪਣੇ ਤਰੀਕੇ ਨਾਲ ਕੁਆਇਟ ਜਿਹਾ ਰਹਿਣ ਵਾਲਾ ਆਦਮੀ ਹੈ। ਸ਼ਾਇਰੀ ਵਿੱਚ ਜਾਂ ਲਿਖਤਾਂ ਵਿੱਚ ਮੈਨੂੰ ਆਪਣੇ ਸੁਭਾਅ ਅਨੁਸਾਰ, ਇਹਨੂੰ ਉਰਦੂ ਵਾਲੇ ਮੁਸ਼ਕਿਲ ਪਸੰਦ ਕਹਿੰਦੇ ਆ, ਉਸ ਤਰ੍ਹਾਂ ਦੀਆਂ ਚੀਜ਼ਾਂ ਪੜ੍ਹਨ ਵਿੱਚ ਵੀ ਚੰਗੀਆਂ ਲੱਗਦੀਆਂ। ਪੜ੍ਹਨ ਵਿੱਚ ਵੀ ਮੈਨੂੰ ਸਧਾਰਨ ਚੀਜ਼ਾਂ ਆਪਣੇ ਵੱਲ ਖਿੱਚਦੀਆਂ ਨੇ, ਅਤੇ ਲਿਖਣ ਵਿੱਚ ਬਿਲਕੁਲ ਨਹੀਂ। ਇਸ ਕਰਕੇ ਮੈਂ ਹਮੇਸ਼ਾ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਜ਼ਰਾ ਕੁਛ ਐਸੀ ਚੀਜ਼ ਲਿਖੀ ਜਾਵੇ ਜਿਹੜੀ ਪੜ੍ਹਨ ਵਾਲੇ ਤੱਕ ਕੋਈ ਚੰਗੀ ਚੀਜ਼ ਲੈ ਕੇ ਜਾਵੇ। ਤਾਂ ਇਹਦਾ ਕਾਰਨ ਇਹੀ ਹੈ ਕਿ ਮੈਂ ਕੋਈ ਤਕਰੀਬਨ 30 ਸਾਲਾਂ ਦੇ ਸਾਰੇ ਯਾਤਰਾ ਤੋਂ ਜਾਂ ਅਭਿਆਸ ਤੋਂ ਬਾਅਦ ਇੱਕੋ ਇੱਕ ਮੇਰੀ ਕਿਤਾਬ ਹੁਣ ਤੱਕ ਆਈ ਹੈ ਗਜ਼ਲਾਂ ਦੀ। ਅਤੇ ਇਹ ਆਪਣੇ ਆਪਣੇ ਤੁਹਾਡੀ ਤਬੀਅਤ ਦੇ ਅਨੁਸਾਰ ਹੁੰਦਾ। ਜਿਵੇਂ ਮਤਲਬ ਮੈਂ ਉਹ ਪੈਦਾਵਾਰ ਬਾਰੇ ਜਾਂ ਗਜ਼ਲ ਦੀ ਇੱਕ ਬਣਤਰ ਬਾਰੇ ਕੋਈ ਸ਼ੇਰ ਲਿਖੇ ਸੀ ਕਿ ਪਿਘਲਦੀ ਹੈ ਉਦਾਸੀ ਤੇ ਮਨ ਭਰਦਾ ਹੈ ਤਲ ਤੀਕਰ, ਪਿਘਲਦੀ ਹੈ ਉਦਾਸੀ ਤੇ ਇਹ ਮਨ ਭਰਦਾ ਹੈ ਤਲ ਤੀਕਰ, ਦਿਸਦਾ ਵੇਗ ਲੈ ਆਉਂਦਾ ਹੈ ਫਿਰ ਮੈਨੂੰ ਗਜ਼ਲ ਤੀਕਰ। ਤਾਂ ਇਹ ਜਿਹੜੇ ਸਾਰੇ ਵੇਗ ਹੁੰਦੇ ਨੇ, ਸਾਰੇ ਵਹਾਅ ਹੁੰਦੇ ਨੇ, ਉਹਨਾਂ ਦੀ ਆਪਣੀ ਇੱਕ
ਮਰਜ਼ੀ ਹੁੰਦੀ ਹੈ, ਉਹਨਾਂ ਦੀ ਆਪਣੀ ਇੱਕ ਦੁਨੀਆ ਹੁੰਦੀ ਹੈ ਕਿ ਕਦੋਂ ਫਿਰ ਤੁਸੀਂ ਸ਼ਾਇਰੀ ਤੱਕ ਆਉਣਾ ਹੁੰਦਾ। ਤੇ ਜੇ ਇਹ ਆ ਵੀ ਜਾਵੇ ਤਾਂ ਫਿਰ ਇਸੇ ਗਜ਼ਲ ਵਿੱਚ ਇੱਕ ਸ਼ੇਰ ਸੀ ਕਿ ਮੇਰੀ ਆਵਾਜ਼ ਤੋਂ ਅੱਗੇ ਵੀ ਇੱਕ ਵਿਸਥਾਰ ਹੈ ਮੇਰਾ, ਮੈਂ ਚਾਹਾਂ ਵੀ ਤਾਂ ਸਾਰਾ ਨਹੀਂ ਸਕਦਾ ਗਜ਼ਲ ਤੀਕਰ। ਜਾਂ ਇਸੇ ਤਰ੍ਹਾਂ ਹੀ ਸ਼ਾਇਦ ਮੈਂ ਇੱਕ ਸ਼ੇਰ ਲਿਖਿਆ ਸੀ ਕਿ ਕੁਝ ਥਾਵਾਂ 'ਤੇ ਲਿਖਦੇ ਹੋਇਆਂ ਕੁਝ ਥਾਵਾਂ 'ਤੇ ਮੈਂ ਵੀ ਸੱਚ ਤੋਂ ਡਰਿਆ, ਕੁਝ ਥਾਵਾਂ 'ਤੇ ਲਫ਼ਜ਼ਾਂ ਨੂੰ ਵੀ ਕਹਿ ਸਕਣਾ ਨਾ ਆਇਆ। ਤਾਂ ਇਹ ਸ਼ਾਇਦ ਇੱਕ ਬਹੁਤ ਬੜੀ ਗੁੰਝਲਦਾਰ ਜੀ ਬਾਤ ਹੈ ਕਿ ਸ਼ਾਇਰੀ ਸ਼ਾਇਰ ਦੇ ਅੰਦਰੋਂ ਕਿਵੇਂ ਪੈਦਾ ਹੁੰਦੀ ਹੈ, ਉਹਦੇ ਕੀ ਕਾਰਨ ਹੈ, ਉਹਨੇ ਕਿਸ ਵੇਲੇ ਪੈਦਾ ਹੋਣਾ ਹੁੰਦਾ। ਮੈਂ ਇਸੇ ਤਰ੍ਹਾਂ ਦਾ ਇੱਕ ਸ਼ੇਰ ਮੇਰਾ ਸੀ ਕਿ ਭੁੰਗਾਰਾ ਬੀਜ ਦੇ ਅੰਦਰ ਪਿਆ ਹੁੰਦਾ ਹੈ ਹਰ ਵੇਲੇ, ਭੁੰਗਾਰਾ ਬੀਜ ਦੇ ਅੰਦਰ ਪਿਆ ਹੁੰਦਾ ਹੈ ਹਰ ਵੇਲੇ, ਕਿਸੇ ਮੌਸਮ 'ਚ ਮਿੱਟੀ ਉਸ ਨੂੰ ਪਹਿਚਾਣ ਲੈਂਦੀ ਹੈ। ਤਾਂ ਇਉਂ ਕਵਿਤਾ ਕਿਸੇ ਨਾ ਕਿਸੇ ਰੂਪ ਵਿੱਚ ਤੁਹਾਡੇ ਅੰਦਰ ਦੇਰ ਦੀ ਪਈ ਹੁੰਦੀ ਹੈ ਜਾਂ ਅਚਾਨਕ ਉਸੇ ਦਿਨ ਤੁਹਾਡੇ ਅੰਦਰ ਉਤਰੀ ਹੁੰਦੀ ਹੈ। ਅਤੇ ਜਦੋਂ ਉਹ ਫਿਰ ਸਾਰੀਆਂ ਚੀਜ਼ਾਂ ਕਵੀ ਦੀ ਸੁਰਤ, ਭਾਸ਼ਾ ਦਾ ਹੁਸਨ ਅਤੇ ਵਿਚਾਰ ਦੀ ਲਜ਼ਤ ਜਾਂ ਸ਼ਿੱਦਤ ਇਕੱਠੀਆਂ ਹੁੰਦੀਆਂ ਤਾਂ ਫਿਰ ਉਸ ਵਕਤ ਕਵਿਤਾ ਦਾ ਜਨਮ ਹੋਣਾ ਹੁੰਦਾ ਹੈ। ਅੱਛੀ ਕਵਿਤਾ ਦਾ ਜਨਮ ਉਸ ਵੇਲੇ ਹੁੰਦਾ। ਮੇਰੇ ਨਜ਼ਦੀਕ ਜਿਹੜੀ ਸ਼ਾਇਰੀ ਹੈ ਜਾਂ ਕਵਿਤਾ ਉਹ ਇਸ ਰੂਪ ਵਿੱਚ ਹੀ ਆਉਂਦੀ ਹੈ। ਇੱਕ ਗੱਲ ਮੈਂ ਹੋਰ ਕਹਿਣੀ ਚਾਹੁੰਦਾ ਕਿ ਬਹੁਤ ਵਾਰੀ ਅਸੀਂ ਗੱਲਾਂ ਕਰਦੇ ਹਾਂ ਸ਼ਾਇਰੀ ਬਾਰੇ, ਸਿਧਾਂਤਾਂ ਬਾਰੇ ਗੱਲਾਂ ਕਰਦੇ ਹਾਂ, ਪਰ ਜਿਹੜੇ ਕਵੀ ਦੇ ਅਸਲੀ ਬਿਆਨ ਹੁੰਦੇ ਉਹ ਉਹਦੀ ਕਵਿਤਾ ਦੇ ਅੰਦਰ ਪਏ ਹੁੰਦੇ ਆ। ਤਾਂ ਮੇਰਾ ਇਹ ਸਾਰਾ ਸ਼ਾਇਰੀ ਵਾਲੇ ਪਾਸੇ ਆਉਣਾ ਜਾਂ ਕਵਿਤਾ ਵਾਲੇ ਪਾਸੇ ਹੋਣਾ ਜਾਂ ਕਵੀ ਹੋਣਾ, ਉਹ ਮੇਰੀ ਇੱਕ ਗਜ਼ਲ ਦਾ ਸ਼ੇਰ ਸੀ ਕਿ ਹੋਰਾਂ ਵਾਂਗੂ ਹਨੇਰਾ ਢਾਉਂਦੇ ਰਾਤ ਬਰਾਤੇ ਜੀ ਲੈਣਾ ਸੀ, ਹੋਰਾਂ ਵਾਂਗੂ ਹਨੇਰਾ ਢਾਉਂਦੇ ਰਾਤ ਬਰਾਤੇ ਜੀ ਲੈਣਾ ਸੀ, ਦਿਲ ਨੂੰ ਜੇਕਰ ਅੱਗ ਨਾ ਲੱਗਦੀ ਮੈਂ ਚਾਨਣ ਤੋਂ ਕੀ ਲੈਣਾ ਸੀ। ਤਾਂ ਇਹ ਸ਼ਾਇਦ ਦਿਲਾਂ ਨੂੰ ਲੱਗੀਆਂ ਹੋਈਆਂ ਅੱਗਾਂ ਦੇ ਮਾਮਲੇ ਹੁੰਦੇ ਆ, ਜਾਂ ਤੁਸੀਂ ਕਿਸੇ ਖਾਸ ਹਨੇਰੇ ਨਾਲ ਜੂਝ ਰਹੇ ਹੁੰਦੇ ਆ, ਤੁਸੀਂ ਕਿਸੇ ਰੌਸ਼ਨੀ ਦੀ ਤਲਾਸ਼ ਵਿੱਚ ਹੁੰਦੇ ਆ। ਤਾਂ ਇਹ ਯਾਤਰਾਵਾਂ ਜਿਹੜੀਆਂ ਬਹੁਤ ਸਾਰੀਆਂ ਨੇ, ਇਹ ਐਬਸਟਰੈਕਟ, ਇਹਨਾਂ ਨੂੰ ਮੈਂ ਬਹੁਤ ਜ਼ਿਆਦਾ ਮੰਨਦਾ ਕਿ ਇਹ ਸ਼ਾਇਦ ਬਹੁਤ ਦਿਸਦੇ ਸੰਸਾਰ ਵਿੱਚੋਂ ਕਵਿਤਾ ਦਾ ਰੂਪ ਧਾਰਨ ਕਰਦੀਆਂ ਸਾਡੇ ਕੋਲ ਆਉਂਦੀਆਂ, ਪਰ ਇਹ ਸਾਰੀ ਦੀ ਪੈਦਾਵਾਰ ਦੇ ਪਿੱਛੇ ਇੱਕ ਬਹੁਤ ਅਮੂਰਤਨ ਕਿਸਮ ਦਾ ਵਰਤਾਰਾ ਪਿਆ ਹੁੰਦਾ। ਇਹ ਸਾਰਾ ਕੁਝ ਮੇਰੀ ਕਵਿਤਾ ਨਾਲ, ਮੇਰੇ ਨਾਲ ਵਾਪਰਦਾ। ਕਵਿਤਾ ਦੇ ਜਿਹੜੇ ਸਿਨਫ ਦਾ ਜਾਂ ਉਹਦੇ ਰੂਪ ਦਾ ਮਸਲਾ ਹੁੰਦਾ, ਕਿਉਂਕਿ ਕੋਈ ਵੀ ਜਦੋਂ ਕਵਿਤਾ ਲਿਖਣੀ ਸ਼ੁਰੂ ਕਰਦਾ ਤਾਂ ਜ਼ਾਹਰ ਹੈ ਕਿਸੇ ਨਾ ਕਿਸੇ ਰੂਪ ਦੇ ਵਿੱਚ ਉਹਨੇ ਕਵਿਤਾ ਲਿਖਣੀ ਹੁੰਦੀ ਹੈ। ਕੋਈ ਲੰਮੀ ਕਵਿਤਾ ਲਿਖ ਸਕਦਾ, ਕੋਈ ਖੁੱਲ੍ਹੀ ਕਵਿਤਾ ਲਿਖ ਸਕਦਾ, ਕੋਈ ਗੀਤ ਲਿਖ ਸਕਦਾ, ਕੋਈ ਹੋਰ। ਜਿਸ ਸਮੇਂ ਮੈਂ ਲਿਖਣਾ ਸ਼ੁਰੂ ਕੀਤਾ ਤਾਂ ਜਿਹੜੇ ਦੋ ਵੱਡੇ ਸ਼ਾਇਰਾਂ ਨੇ ਮੈਨੂੰ ਪ੍ਰਭਾਵਿਤ ਕੀਤਾ ਉਹ ਸੀ ਡਾਕਟਰ ਜਗਤਾਰ ਔਰ ਸੁਰਜੀਤ ਪਾਤਰ। ਅਤੇ ਇਹ ਦੋਵੇਂ ਸ਼ਾਇਰ ਉਸ ਸਮੇਂ ਗਜ਼ਲ ਦੇ ਵਿੱਚ ਆਪਣਾ ਯੋਗਦਾਨ ਪਾ ਰਹੇ ਸੀ। ਤਾਂ ਕੁਦਰਤੀ ਤੌਰ 'ਤੇ ਫਿਰ ਸ਼ਾਇਦ ਮਤਲਬ ਲਾਸ਼ੌਰੀ ਤੌਰ 'ਤੇ, ਅਵਚੇਤਨ ਤੌਰ 'ਤੇ ਜਿਹੜੇ ਸ਼ਾਇਰਾਂ ਨੂੰ ਤੁਸੀਂ ਪਸੰਦ ਕਰਦੇ ਹੋ, ਜਿਸ ਕਿਸਮ ਦੀ ਸਿਨਫ ਵਿੱਚ ਉਹ ਕੰਮ ਕਰ ਰਹੇ ਹੋਣ, ਸ਼ਾਇਦ ਉਹ ਸਿਨਫ ਹੀ ਫਿਰ ਅਵਚੇਤਨ ਤੌਰ 'ਤੇ ਤੁਹਾਡੇ ਉਸ ਸਾਰੇ ਪ੍ਰਕਿਰਿਆ ਦਾ ਹਿੱਸਾ ਬਣ ਜਾਂਦੀ ਹੈ, ਜਿਹਦੇ ਵਿੱਚੋਂ ਤੁਹਾਡੀ ਕਵਿਤਾ ਨੇ ਕੋਈ ਰੂਪ ਧਾਰਨਾ ਹੁੰਦਾ। ਤਾਂ ਮੈਂ ਬਹੁਤ ਸੁਚੇਤ ਤੌਰ 'ਤੇ ਤਾਂ ਨਹੀਂ ਕਿ ਮੈਂ ਗਜ਼ਲ ਨੂੰ ਜਾਣ-ਬੁੱਝ ਕੇ ਚੁਣਿਆ ਜਾਂ ਗਜ਼ਲ ਦੇ ਜਿਹੜੇ ਬੰਦੇਜ ਨੇ ਅਰੂਜ਼ ਦੇ, ਉਹਦੇ ਸਾਰੇ ਸਟਰਕਚਰ ਦੇ, ਉਹਨਾਂ ਨੂੰ ਮੈਂ ਬਹੁਤ ਜਾਣ ਲਿਆ ਜਾਂ ਮੈਨੂੰ ਉਹ ਸੌਖੇ ਲੱਗੇ, ਪਰ ਮੈਂ ਸ਼ਾਇਦ ਬਹੁਤ ਕਿਸੇ ਅਚੇਤ ਪ੍ਰਭਾਵ ਥੱਲੇ ਹੀ ਗਜ਼ਲ ਵੱਲ ਆ ਗਿਆ। ਅਤੇ ਹੌਲੀ ਹੌਲੀ ਫਿਰ ਇਹ ਜਿਹੜਾ ਰੂਪ ਸੀ ਮੈਨੂੰ ਕਾਫੀ ਰਾਸ ਵੀ ਆ ਗਿਆ। ਹਾਲਾਂਕਿ ਇਸ ਰੂਪ ਦੀਆਂ ਆਪਣੀਆਂ ਬੰਦਿਸ਼ਾਂ ਨੇ, ਇਸ ਰੂਪ ਦੇ ਆਪਦੇ ਕਰੜੇ ਨੇਮ ਨੇ ਜਿਹੜੇ ਬਹੁਤ ਵਾਰ ਨਿਭਾਉਣੇ ਜਾਂ ਉਹਨਾਂ ਬਾਰੇ ਜਿਹੜੇ ਸਵਾਲ ਵੀ ਖੜੇ ਹੁੰਦੇ ਰਹਿੰਦੇ ਨੇ। ਗਜ਼ਲ ਦੀ ਆਪਣੀ ਹਸਤੀ ਬਾਰੇ ਬਹੁਤ ਸਾਰੇ ਸਾਡੇ ਸਾਹਮਣੇ ਸਵਾਲ ਸਾਡੀ ਆਲੋਚਨਾ ਦੇ ਵਿੱਚ ਖੜੇ ਰਹਿੰਦੇ ਨੇ, ਪਰ ਮੈਨੂੰ ਜਿਹੜਾ ਗਜ਼ਲ ਦਾ ਰੂਪ ਹੈ ਉਹ ਫਿਰ ਹੌਲੀ ਹੌਲੀ ਇੰਨੇ ਲੰਮੇ ਸਮੇਂ ਦੇ ਅਨੁਭਵ 'ਚੋਂ ਹੌਲੀ ਹੌਲੀ ਬੜਾ ਸਹਿਜ ਰੂਪ ਲੱਗਣ ਲੱਗ ਪਿਆ। ਅਤੇ ਜਿੰਨੀ ਕੁ ਮੈਂ ਗੱਲ ਕਹਿਣੀ ਹੁੰਦੀ ਉਹ ਮੈਂ ਗਜ਼ਲ ਬਾਰੇ ਰਾਹੀਂ ਕਹਿ ਲੈਂਦਾ,
ਹਾਲਾਂਕਿ ਹੁਣ 20-30 ਸਾਲ ਦੇ ਆਪਣੀ ਇਸ ਗਜ਼ਲ ਦੀ ਲਿਖਣ ਦੀ ਜਿਹੜੀ ਇੱਕ ਯਾਤਰਾ ਹੈ, ਉਸ ਦੇ ਮੈਂ ਇਸ ਮੁਕਾਮ 'ਤੇ ਇਹ ਸੋਚਦਾ ਕਿ ਗਜ਼ਲ ਸ਼ਾਇਦ ਬਹੁਤ ਵੱਡਾ ਰੂਪ ਨਹੀਂ ਹੈ ਆਪਣੀ ਸਾਰੀ ਗੱਲ ਨੂੰ ਕਹਿਣ ਦਾ। ਇਹਦੇ ਮੁਕਾਬਲੇ ਮੈਨੂੰ ਜਿਹੜੀ ਕਵਿਤਾ ਜਾਂ ਨਜ਼ਮ ਜਾਂ ਖੁੱਲ੍ਹੀ ਕਵਿਤਾ ਜਿਹਨੂੰ ਅਸੀਂ ਕਹਿ ਸਕਦੇ ਹਾਂ, ਉਹਦਾ ਪ੍ਰੋਸੈਸ ਅਤੇ ਉਹਦਾ ਇੱਕ ਸਾਰੇ ਦਾ ਸਾਰਾ ਸਟਰਕਚਰ ਸਿਸਟਮ ਇਹਦੇ ਮੁਕਾਬਲੇ ਮੈਨੂੰ ਜ਼ਿਆਦਾ ਖੁੱਲ੍ਹਾ, ਵੱਡਾ, ਸੌਖਾ ਵੀ ਅਤੇ ਬਹੁਤ ਪ੍ਰਭਾਵੀ ਵੀ ਲੱਗਦਾ। ਹਾਲਾਂਕਿ ਗਾਲਿਬ ਵਰਗੇ ਬੰਦੇ ਨੇ ਜਿਹੜੇ ਉਹ ਨਿਰੋਲ ਗਜ਼ਲਾਂ ਦੇ ਸਿਰ 'ਤੇ ਵੱਡੇ ਸ਼ਾਇਰ ਬਣੇ ਨੇ, ਸਾਬਿਤ ਹੋਏ ਨੇ। ਤੋ ਇਸ ਤਰ੍ਹਾਂ ਸ਼ਾਇਦ ਜਿਹੜਾ ਰੂਪ ਹੁੰਦਾ ਕਿਸੇ ਕਵਿਤਾ ਦਾ, ਉਹਦਾ ਦਖਲ ਹੁੰਦਾ ਹੈ ਸਾਰੀ ਉਸ ਬਣਤਰ ਦੇ ਅੰਦਰ, ਪਰ ਸ਼ਾਇਦ ਐਡਾ ਵੱਡਾ ਵੀ ਨਹੀਂ ਹੁੰਦਾ ਕਿ ਤੁਸੀਂ ਆਪਣੀ ਸਮਰੱਥਾ ਅਨੁਸਾਰ ਹਰ ਰੂਪ ਦੇ ਵਿੱਚ ਉਹਦੀ ਕੋਈ ਗੱਲ ਕਹਿ ਸਕਦੇ ਹੋ। ਗਜ਼ਲ ਦੇ ਅੰਦਰ ਗੁਰੂ ਚੇਲੇ ਵਾਲੀ ਇੱਕ ਪਰੰਪਰਾ ਰਹੀ। ਉਹ ਇਤਫਾਕ ਨਾਲ ਸ਼ਾਇਦ ਮੈਨੂੰ ਉਹਦੇ ਨਜ਼ਦੀਕ ਜਾਣ ਦਾ ਮੌਕਾ ਨਹੀਂ ਮਿਲਿਆ, ਮੈਂ ਉਸ ਦੇ ਬਹੁਤੇ ਅਨੁਭਵ 'ਚੋਂ ਨਹੀਂ ਗੁਜ਼ਰਿਆ। ਤੋ ਜਿੰਨਾ ਕੁਛ ਵੀ ਮੈਂ ਗਜ਼ਲ ਦੇ ਅੰਦਰ ਥੋੜ੍ਹਾ ਬਹੁਤਾ ਲਿਖ ਸਕਦਾ, ਉਹ ਮੈਂ ਗਜ਼ਲ ਦੀ ਇੱਕ ਤਰ੍ਹਾਂ ਪੜ੍ਹਤ ਵਿੱਚੋਂ ਹੀ ਸਿੱਖਿਆ। ਮੈਂ ਜਿਹੜੀਆਂ ਚੰਗੀਆਂ ਗਜ਼ਲਾਂ ਪੰਜਾਬੀ ਵਿੱਚ ਆਈਆਂ ਜਾਂ ਹੋਰ ਜ਼ੁਬਾਨ ਉਰਦੂ, ਫਿਰ ਬਾਅਦ ਵਿੱਚ ਹਿੰਦੀ ਵਿੱਚ ਵੀ ਮੈਂ ਪੜ੍ਹੀਆਂ, ਉਹਨਾਂ ਦੇ ਅਸਰ ਮੇਰੇ ਉੱਤੇ ਪਏ। ਅਤੇ ਜਿਸ ਕਿਸਮ ਦਾ ਇੱਕ ਸੰਗੀਤ ਬਹਿਰਾਂ ਦੇ ਅੰਦਰ, ਜਿਸ ਕਿਸਮ ਦਾ ਮੀਟਰ ਉਹਦੇ ਅੰਦਰ ਪਿਆ ਹੁੰਦਾ, ਉਹ ਉਨੀ ਕੁ ਮੈਨੂੰ ਉਹਦੀ ਇੱਕ ਸਮਝ ਮੇਰੀ ਬਣ ਗਈ। ਅਤੇ ਮੈਂ ਕੋਈ ਬਹੁਤ ਇਸ ਤਰ੍ਹਾਂ ਦੀ ਬਾਕਾਇਦਾ ਸਿਖਲਾਈ ਨਹੀਂ ਰਹੀ। ਮੇਰਾ ਖਿਆਲ ਸਾਰੇ ਜਿਹੜੇ ਸਾਡੀ ਪੀੜ੍ਹੀ ਦੇ ਦੋਸਤ ਸ਼ਾਇਰ ਨੇ, ਜਿਹੜੇ ਚੰਗਾ ਲਿਖਣ ਵਾਲੇ ਮੰਨੇ ਜਾਂਦੇ ਆ, ਉਹਨਾਂ ਨੇ ਕਿਸੇ ਨੇ ਵੀ ਇਸ ਤਰ੍ਹਾਂ ਦੀ ਉਸ ਪਰੰਪਰਾ ਦਾ ਇੱਕ ਤਰ੍ਹਾਂ ਉਹਨੂੰ ਧਾਰਨ ਨਹੀਂ ਕੀਤਾ। ਹਾਲਾਂਕਿ ਮੈਂ ਇਸ 'ਤੇ ਟਿੱਪਣੀ ਨਹੀਂ ਕਰਦਾ ਕਿ ਇਹ ਕੋਈ ਬਹੁਤ ਵਧੀਆ ਗੱਲ ਹੈ ਜਾਂ ਬਹੁਤ ਮਾੜੀ ਗੱਲ ਹੈ, ਪਰ ਇਤਫਾਕ ਨਾਲ ਇਵੇਂ ਹੋਇਆ, ਮੇਰੇ ਨਾਲ ਤਾਂ ਇਸ ਤਰ੍ਹਾਂ ਹੀ ਹੋਇਆ ਕਿ ਮੈਂ ਗਜ਼ਲ ਦੀ ਜਿੰਨੀ ਵੀ ਸਿਖਲਾਈ ਲੈ ਸਕਿਆ, ਉਹ ਮੈਂ ਗਜ਼ਲ ਪੜ੍ਹਨ ਅਤੇ ਗਜ਼ਲ ਲਿਖਣ ਦੇ ਅਨੁਭਵ ਵਿੱਚੋਂ ਹੀ ਹਾਸਲ ਕੀਤੀ। ਗਜ਼ਲ ਦੇ ਰੂਪ ਦੀ ਜਿਹੜੀ ਗੱਲ ਅਸੀਂ ਕਰ ਰਹੇ ਹਾਂ ਜਾਂ ਵਿਚਾਰ ਰਹੇ ਹਾਂ, ਉਹਦੇ ਵਿੱਚ ਹੀ ਹੈ ਕਿ ਗਜ਼ਲ ਉੱਤੇ ਇੱਕ ਤਰ੍ਹਾਂ ਦਾ ਇਲਜ਼ਾਮ ਵੀ ਲੱਗਦਾ ਕਿ ਜਾਂ ਬਹੁਤ ਆਲੋਚਕ ਜਿਹੜੇ ਨੇ ਉਹ ਗਜ਼ਲ ਨੂੰ ਬਹੁਤ ਜ਼ਿਆਦਾ ਗੰਭੀਰਤਾ ਨਾਲ ਲੈਂਦੇ ਵੀ ਨਹੀਂ, ਕਿ ਸ਼ਾਇਦ ਇਹ ਇੱਕ ਕਾਫੀਆ ਪੈਮਾਈ ਵਾਲੀ ਗੱਲ ਹੈ, ਜਿਹਦੇ ਵਿੱਚ ਤੁਸੀਂ ਕੁਛ ਲਫ਼ਜ਼ ਚੁਣ ਲੈਂਦੇ ਹੋ ਤਾਂ ਉਹਨਾਂ ਲਫ਼ਜ਼ਾਂ ਨੂੰ ਇੱਕ ਰਾਈਮ ਦੇ ਅੰਦਰ ਜਾਂ ਇੱਕ ਲੜੀ ਦੇ ਅੰਦਰ ਲਿਖ ਕੇ ਇੱਕ ਗਜ਼ਲ ਹੋ ਜਾਂਦੀ ਹੈ। ਸ਼ਾਇਦ ਉਹ ਇਹਨੂੰ ਬਹੁਤ ਇੱਕ ਸੌਖੀ ਕਿਸਮ ਦੀ ਗੱਲ ਮੰਨਦੇ ਆ, ਪਰ ਮੇਰੀ ਇਸ ਗੱਲ ਨਾਲ ਬਹੁਤ ਸਖਤ ਸਹਿਮਤੀ ਹੈ, ਕਿਉਂਕਿ ਹਰ ਜਿਹੜਾ ਲਫ਼ਜ਼ ਹੁੰਦਾ ਉਹ ਗਜ਼ਲ ਦਾ ਕਾਫੀਆ ਜਾਂ ਉਹਦਾ ਤੁਕਾਂਤ ਜਾਂ ਉਹਦਾ ਉਹਦੇ ਵਿੱਚ ਵਰਤਿਆ ਜਾਣ ਵਾਲਾ ਲਫ਼ਜ਼ ਨਹੀਂ ਹੁੰਦਾ। ਚੰਗੇ ਗਜ਼ਲਕਾਰਾਂ ਨੂੰ ਇਸ ਗੱਲ ਦੀ ਭਲੀ ਭਾਂਤ ਇੱਕ ਤਮੀਜ਼ ਹੁੰਦੀ ਹੈ ਕਿ ਕਿਹੜੇ ਲਫ਼ਜ਼ ਹੈ ਜਿਹੜੇ ਉਹ ਤੁਹਾਡੀ ਗਜ਼ਲ ਦੇ ਸ਼ੇਰਾਂ ਦੇ ਅੰਦਰ ਆ ਸਕਦੇ ਆ, ਤਾਂ ਉਸੇ ਕਿਸਮ ਦੇ ਮੀਟਰ ਵਾਲੇ ਜਾਂ ਉਸੇ ਕਿਸਮ ਦੇ ਸੰਗੀਤ ਵਾਲੇ ਕਿਹੜੇ ਸ਼ਬਦ ਹੈ ਜਿਹੜੇ ਤੁਸੀਂ ਆਪਣੀ ਗਜ਼ਲ ਵਿੱਚ ਨਹੀਂ ਲੈ ਕੇ ਆਉਣੇ, ਤਾਂ ਕਿਹੜੇ ਸ਼ਬਦ ਤੁਸੀਂ ਗਜ਼ਲ ਵਿੱਚ ਨਹੀਂ ਲੈ ਕੇ ਆਉਣੇ, ਅਸਲ ਵਿੱਚ ਇਹ ਸਭ ਤੋਂ ਜ਼ਿਆਦਾ ਮਹੱਤਵਪੂਰਨ ਹੈ ਮੇਰੇ ਨਜ਼ਦੀਕ। ਮੈਂ ਇਸ ਕਰਕੇ ਵੀ ਗਜ਼ਲ ਨਾਲ ਲੰਬੇ ਸਮੇਂ ਤੋਂ ਜੁੜਿਆ ਰਿਹਾ ਕਿ ਮੈਨੂੰ ਇਹਦੇ ਵਿੱਚ ਉਸ ਕਿਸਮ ਦੀ ਕੋਈ ਸੰਕੋਚ ਜਾਂ ਚੀਜ਼ ਮਹਿਸੂਸ ਨਹੀਂ ਹੁੰਦੀ, ਕਿ ਮੈਂ ਹਮੇਸ਼ਾ ਬਹੁਤ ਚੁਣਵੇਂ ਲਫ਼ਜ਼ਾਂ ਨੂੰ ਭਾਵ ਦੇ ਜਾਂ ਵਿਚਾਰ ਦੇ ਦਮ ਉੱਤੇ ਉਹਦੇ ਅੰਦਰ ਲੈ ਕੇ ਆਉਣਾ। ਸਿਰਫ ਇਹ ਨਹੀਂ ਕਿ ਲਫ਼ਜ਼ ਪਹਿਲਾਂ ਆ ਜਾਣ ਅਤੇ ਫਿਰ ਉਹਦੇ ਨਾਲ ਤੁਸੀਂ ਕੋਈ ਨਾ ਕੋਈ ਵਿਚਾਰ ਆਪਣਾ ਖੜਾ ਕਰ ਲਓ, ਇਸ ਤਰ੍ਹਾਂ ਨਹੀਂ ਹੁੰਦਾ। ਇਹੀ ਕਾਰਨ ਹੈ ਕਿ ਮੇਰੀਆਂ ਬਹੁਤ ਸਾਰੀਆਂ ਗਜ਼ਲਾਂ ਜਿਹੜੀਆਂ ਉਹਨਾਂ ਦੇ 2-2, 3-3 ਸ਼ੇਰ ਰਹਿ ਜਾਂਦੇ ਆ। ਮੇਰੇ ਆਪਣੇ ਜਿਹੜਾ ਸੰਗ੍ਰਹਿ ਛਪਿਆ ਪਾਣੀ ਦਾ ਹਾਸ਼ੀਆ, ਉਹਦੇ ਅੰਦਰ ਸ਼ਾਇਦ 2-3 ਗਜ਼ਲਾਂ ਐਸੀਆਂ ਨੇ ਜਿਹਦੇ 3-3 ਸ਼ੇਰ ਹੀ ਮੈਂ ਲਿਖ ਸਕਿਆ। ਉਹਦੇ ਵਿੱਚ ਮੈਂ ਹੋਰ ਬਹੁਤ ਜ਼ਿਆਦਾ, ਜਿਹਨੂੰ ਗਜ਼ਲ ਦੀ ਜ਼ੁਬਾਨ ਵਿੱਚ ਭਰਤੀ ਦੀ ਲਿਖਤ ਕਿਹਾ ਜਾਂਦਾ, ਗਜ਼ਲ ਕਿਹਾ ਜਾਂਦਾ, ਉਹ ਮੈਂ ਨਹੀਂ ਲਿਖਿਆ। ਦੂਜੀ ਗੱਲ ਕਿ ਜਿਹੜੀ ਗਜ਼ਲ ਦੀ ਆਮਦ ਕਿਸ ਤਰ੍ਹਾਂ ਹੁੰਦੀ ਹੈ, ਉਹ ਜਿਵੇਂ ਹੁਣੇ ਗੱਲ ਹੋਈ ਕਿ ਬਹੁਤ ਸਾਰੇ ਵਿਚਾਰ ਤਾਂ ਇੱਕ ਤਰ੍ਹਾਂ ਐਸੀ ਅਣਵੇਖੀ ਅਣਸਮਝੀ ਸਪੇਸ ਵਿੱਚੋਂ ਆਉਂਦੇ ਆ, ਜਿਹਨੂੰ ਗੈਬ ਕਿਹਾ ਗਾਲਿਬ ਨੇ ਆਪਣੀਆਂ ਗੱਲਾਂ ਦੇ ਅੰਦਰ। ਪਰ ਅਸਲ ਵਿੱਚ ਕੀ ਹੈ ਕਿ ਇਹ ਜਿਹੜੀ ਸਪੇਸ ਹੈ, ਇਹ ਤੁਹਾਡੇ ਸਾਰੇ ਉਸ ਅਨੁਭਵ ਵਿੱਚੋਂ, ਅਤੇ ਉਹ ਸਾਰਾ ਅਨੁਭਵ ਜੋ ਤੁਹਾਡੀ ਕਵਿਤਾ ਦੀ, ਦਰਸ਼ਨ ਦੀ,
ਜਾਂ ਜੀਵਨ ਪੱਧਤੀ ਦੀ ਵਿਰਾਸਤ ਵਿੱਚ ਪਿਆ ਹੁੰਦਾ, ਉਹ ਸਾਰੇ ਦਾ ਸਾਰਾ ਅਨੁਭਵ ਤੁਹਾਡੇ ਅਵਚੇਤਨ ਦਾ ਹਿੱਸਾ ਬਣਿਆ ਹੁੰਦਾ। ਤੇ ਇਉਂ ਤੁਹਾਡਾ ਆਪਣਾ ਜ਼ਾਤੀ ਅਨੁਭਵ, ਤੁਹਾਡੀ ਕੌਮ, ਨਸਲ, ਤੁਹਾਡੀ ਧਰਤੀ ਦਾ ਅਨੁਭਵ, ਉਹ ਕੋਈ ਨਾ ਕੋਈ ਇਸ ਤਰ੍ਹਾਂ ਚੀਜ਼ ਦੇ ਰੂਪ ਵਿੱਚ, ਕਿਸੇ ਨਾ ਕਿਸੇ ਵਿਚਾਰ ਦੇ ਰੂਪ ਵਿੱਚ ਜਾਂ ਭਾਵ ਦੇ ਰੂਪ ਵਿੱਚ ਤੁਹਾਡੇ ਆਲੇ ਦੁਆਲੇ ਇਕੱਠਾ ਹੁੰਦਾ ਰਹਿੰਦਾ। ਅਤੇ ਅਚਾਨਕ ਫਿਰ ਕਿਸੇ ਵਕਤ ਜਿਹੜੀ ਕਵਿਤਾ ਦਾ ਚਮਤਕਾਰ ਜਾਂ ਗਜ਼ਲ ਦੇ ਕਿਸੇ ਸ਼ੇਰ ਦਾ ਚਮਤਕਾਰ ਬਣਦਾ ਕਿ ਕੋਈ ਉਹ ਵਿਚਾਰ ਫਿਰ ਇੱਕ ਸਤਰ ਵਾਂਗੂ ਅਚਾਨਕ ਤੁਹਾਡੇ ਅੰਦਰ ਕੌਂਦ ਜਾਂਦਾ। ਮੇਰੇ ਨਾਲ ਇਸ ਤਰ੍ਹਾਂ ਹੀ ਹੁੰਦਾ, ਕਿਉਂਕਿ ਜਿਹੜੀ ਵੀ ਤੁਸੀਂ ਸਿਨਫ ਵਿੱਚ ਲਿਖਣ ਲੱਗੋ, ਜਿਹੜੇ ਬੰਦੇ ਨਾਟਕ ਲਿਖਦੇ ਨੇ ਉਹਨਾਂ ਦੇ ਅੰਦਰ ਨਾਟਕ ਦੀ ਜਿਹੜੀ ਚੀਜ਼ ਹੈ ਉਹ ਬਹੁਤ ਉਸ ਰੂਪ ਵਿੱਚ ਸੰਵਾਦ ਵਾਂਗੂ ਬਣ ਕੇ ਆਉਂਦੀ ਹੈ। ਪਰ ਮੇਰੇ ਅੰਦਰ ਜਿਹੜੀ ਗਜ਼ਲ, ਕਿਉਂਕਿ ਉਹਦੀ ਵਿਆਕਰਨ ਬਣੀ ਹੋਈ ਹੈ, ਉਹਦੀ ਗ੍ਰਾਮਰ ਬਣੀ ਹੋਈ ਹੈ ਮੇਰੇ ਅੰਦਰ, ਉਹਦਾ ਇੱਕ ਸੰਗੀਤ ਮੇਰੇ ਅੰਦਰ ਬੈਠਾ ਹੋਇਆ, ਤਾਂ ਮੇਰੇ ਅੰਦਰ ਅਚਾਨਕ ਜਿਹੜੇ ਨੇ ਭਾਵ ਜਾਂ ਵਿਚਾਰ ਨੇ ਉਹ ਫਿਰ ਬਿਲਕੁਲ ਸਤਰ ਵਾਂਗੂ ਬਣ ਕੇ ਆਉਂਦੇ। ਬਹੁਤ ਘੱਟ ਵਾਰੀ ਮੈਨੂੰ ਉਹਨਾਂ ਵਿੱਚ ਕੋਈ ਨਾ ਕੋਈ ਲਫ਼ਜ਼ ਬਦਲਣਾ ਪੈਂਦਾ। ਤਾਂ ਇਉਂ ਇਹ, ਹਾਲਾਂਕਿ ਇਹਨੂੰ ਬਹੁਤ ਇਸ ਤਰ੍ਹਾਂ ਨਿਸ਼ਚਿਤ ਰੂਪ 'ਚ ਨਹੀਂ ਦੱਸਿਆ ਜਾ ਸਕਦਾ ਕਿ ਗਜ਼ਲ ਕਿਸ ਤਰ੍ਹਾਂ ਬਣ ਕੇ ਆਉਂਦੀ ਹੈ ਜਾਂ ਜਿਹੜੀ ਰਚਨਾ ਪ੍ਰਕਿਰਿਆ ਕਿਸ ਤਰ੍ਹਾਂ ਹੁੰਦੀ ਹੈ, ਪਹਿਲੇ ਖਿਆਲ ਕਿਸ ਤਰ੍ਹਾਂ ਆਉਂਦੇ ਆ। ਪਰ ਜਿਹੜੀਆਂ ਚੀਜ਼ਾਂ ਨੂੰ ਤੁਸੀਂ ਆਪਣੇ ਅਨੁਭਵ 'ਚੋਂ, ਆਪਣੇ ਐਕਸਪੀਰੀਅੰਸ ਵਿੱਚੋਂ ਦੇਖਦੇ ਆ, ਉਨੀਆਂ ਗੱਲਾਂ ਮੈਂ ਇਸ ਦੇ ਬਾਰੇ 'ਚ ਕਹਿ ਸਕਦਾ। ਹੌਬੀਜ਼ ਜਾਂ ਸ਼ੌਕ ਜਿਹੜੇ ਮੇਰੇ ਬਹੁਤ ਉਸ ਤਰ੍ਹਾਂ ਦੇ ਰੈਗੂਲਰ ਤਾਂ ਨਹੀਂ ਰਹੇ। ਈਵਨ ਮੇਰਾ ਜਿਹੜਾ ਲਿਖਣਾ ਵੀ ਬਹੁਤ ਰੈਗੂਲਰ ਨਹੀਂ ਹੈ। ਮੈਂ ਲਿਖਣਾ ਵੀ ਕਈ ਵਾਰੀ ਇੱਕ 2-2 ਸਾਲ ਉਹਦੇ ਵਿੱਚ ਗੈਪ ਆ ਜਾਂਦਾ, ਕਦੇ ਵੱਡੇ ਗੈਪ ਵੀ ਇਸ ਤੋਂ ਆ ਜਾਂਦੇ ਆ। ਇੱਕ ਸਮੇਂ ਮੈਂ ਫੋਟੋਗ੍ਰਾਫੀ ਦਾ ਮੈਨੂੰ ਸ਼ੌਕ ਹੋਇਆ, ਕੈਮਰਾ ਵੀ ਲਿਆ, ਫਿਰ ਕੁਛ ਫੋਟੋਗ੍ਰਾਫੀ ਕੀਤੀ ਵੀ ਜਿਸ ਕਿਸਮ ਦੀ ਹੋਈ ਉਦੋਂ ਚੰਗੀ ਲੱਗੀ। ਹੁਣ 4-5 ਸਾਲ ਤੋਂ ਮੈਂ ਕੈਮਰਾ ਚੁੱਕੇ ਨਹੀਂ, ਤਾਂ ਇਸ ਤਰ੍ਹਾਂ ਉਹ ਸ਼ੌਕ ਮੇਰਾ ਇੱਕ ਤਰ੍ਹਾਂ ਮੁਲਤਵੀ ਹੋਇਆ ਪਿਆ। ਇੱਕ ਸ਼ੌਕ ਮੈਨੂੰ ਥੋੜ੍ਹਾ ਬਹੁਤ ਪੇਂਟਿੰਗ ਦਾ ਸ਼ੌਕ ਰਿਹਾ, ਜਿਹਦੇ ਵਿੱਚੋਂ ਮੈਂ ਮਤਲਬ ਜਿਹਨੂੰ ਵਰਚੁਅਲ ਪੇਂਟਿੰਗ ਅੱਜ ਕੱਲ੍ਹ ਅਸੀਂ ਕਹਿੰਦੇ ਹਾਂ, ਕੰਪਿਊਟਰ ਉੱਤੇ ਡਿਜੀਟਲ ਪੇਂਟਿੰਗ ਕਹਿੰਦੇ ਹਾਂ, ਉਸ ਵਿੱਚ ਮੈਂ ਕੋਈ 10-12-15 ਚੀਜ਼ਾਂ ਬਣਾਈਆਂ। ਪਰ ਇੱਕ ਸਮੇਂ ਫਿਰ ਮੈਨੂੰ ਪਤਾ ਲੱਗਿਆ ਕਿ ਜਿਹੜੀ ਡਿਜੀਟਲ ਪੇਂਟਿੰਗ ਹੈ ਉਹਦੀ ਕੋਈ ਮਾਨਤਾ ਨਹੀਂ ਹੈ। ਅਸਲੀ ਜਿਹੜੀ ਪੇਂਟਿੰਗ, ਜਿਹੜੀ ਰੰਗਾਂ ਵਾਲੀ, ਕੈਨਵਸ ਵਾਲੀ, ਕਾਗਜ਼ ਵਾਲੀ, ਸਕੈਚਸ ਵਾਲੀ ਪੇਂਟਿੰਗ ਹੁੰਦੀ ਹੈ, ਉਸ ਤਰ੍ਹਾਂ ਦੀ ਮਾਨਤਾ ਨਹੀਂ ਹੈ। ਤਾਂ ਹੁਣ ਮੈਂ ਦੇਰ ਤੋਂ ਉਸ ਪਾਸੇ ਵੀ ਕੰਮ ਨਹੀਂ ਕੀਤਾ। ਸ਼ੁਰੂ 'ਚ ਦਿਲਚਸਪ ਗੱਲ ਇਹ ਹੋਈ ਕਿ ਜਦੋਂ ਮੈਂ ਕੰਪਿਊਟਰ ਨਾਲ ਮੇਰਾ ਵਾਸਤਾ ਪਿਆ ਤਾਂ ਉਹਦਾ ਕੀਬੋਰਡ ਮੈਂ ਬਾਅਦ ਵਿੱਚ ਵਰਤਣਾ ਸ਼ੁਰੂ ਕੀਤਾ, ਜਾਂ ਟਾਈਪਿੰਗ ਅਜੇ ਤੱਕ ਵੀ ਮੇਰੀ ਬਹੁਤ ਤੇਜ਼ ਨਹੀਂ ਹੈ। ਪਰ ਜਿਹੜਾ ਸਭ ਤੋਂ ਪਹਿਲਾਂ ਉਹਦੇ ਮੈਂ ਮਾਊਸ ਨਾਲ ਹੀ ਥੋੜ੍ਹਾ ਆਪਣੇ ਆਪ ਨੂੰ, ਜਿਵੇਂ ਇੱਕ ਸ਼ਬਦ ਵਰਤ ਸਕਦੇ ਹਾਂ, ਖੇਡਣਾ ਸ਼ੁਰੂ ਕੀਤਾ। ਤਾਂ ਮੈਂ ਪੇਂਟ ਦੇ ਅੰਦਰ ਜਾ ਕੇ ਕੁਛ ਉਹ ਪੇਂਟਿੰਗਸ ਕੀਤੀਆਂ, ਤਾਂ ਮਾਊਸ ਨਾਲ ਹੀ ਮੈਂ ਲਕੀਰਾਂ ਅਤੇ ਜਿਹੜੇ ਆਕਾਰ ਬਣਾਉਣੇ ਸੀ ਉਹ ਸ਼ੁਰੂ ਕੀਤੇ। ਤਾਂ ਉਹ ਫਿਰ ਮੈਂ ਸ਼ੁਰੂ 'ਚ ਇਸ ਤਰ੍ਹਾਂ ਦਾ ਕੰਮ ਕੀਤਾ, ਜਿਹਨੂੰ ਅਸੀਂ ਮਤਲਬ ਪੇਂਟਿੰਗ ਦੇ ਵਿੱਚ ਸੱਚਮੁੱਚ ਦੀ ਪੇਂਟਿੰਗ ਕਹਿ ਸਕਦੇ ਹਾਂ, ਜਿਹੜੀ ਕੈਨਵਾਸ ਉੱਤੇ ਹੁੰਦੀ ਹੈ ਜਾਂ ਕਾਗਜ਼ ਉੱਤੇ ਰੰਗਾਂ ਨਾਲ ਹੁੰਦੀ ਹੈ। ਉਹਦੇ ਵਿੱਚ ਵੀ ਮੇਰੀ ਦਿਲਚਸਪੀ ਤਾਂ ਹੈ। ਮੈਂ ਜਿਵੇਂ ਹੁਣ ਪਿਛਲੇ ਦਿਨਾਂ 'ਚ ਅਕ੍ਰੈਲਿਕ ਜਿਹੜਾ ਮੀਡੀਅਮ ਹੈ ਉਸ ਨਾਲ ਫਿਰ ਕੈਨਵਸ ਉੱਤੇ ਕੁਛ ਪੇਂਟਿੰਗਸ ਕੀਤੀਆਂ। ਕੁਛ ਵਿੱਚ ਮੈਂ ਫਿਗਰੇਟਿਵ ਵੀ ਕੰਮ ਕਰਨ ਦੀ ਕੋਸ਼ਿਸ਼ ਕੀਤੀ, ਕੁਝ ਵਿੱਚ ਐਬਸਟਰੈਕਟ ਕੀਤਾ। ਐਬਸਟਰੈਕਟ ਵਿੱਚ ਮੇਰੀ ਖਾਸ ਤੌਰ 'ਤੇ ਦਿਲਚਸਪੀ ਹੈ ਪੇਂਟਿੰਗ ਦੇ ਜਾਂ ਆਰਟ ਦੇ ਲਿਹਾਜ਼ ਨਾਲ। ਤਾਂ ਇਹ ਜਿਹੜੀਆਂ ਪੇਂਟਿੰਗਸ ਮੈਂ ਫਿਰ ਅਕ੍ਰੈਲਿਕ ਕਲਰ ਦੇ ਵਿੱਚ ਕੀਤੀਆਂ। ਆਇਲ ਕਲਰ ਵਿੱਚ ਮੇਰੀ ਬਹੁਤ ਜ਼ਿਆਦਾ ਮੁਹਾਰਤ ਨਹੀਂ, ਮੈਂ ਬਹੁਤ ਜ਼ਿਆਦਾ ਵਿੱਚ ਟਰਾਈ ਵੀ ਨਹੀਂ ਕੀਤਾ। ਥੋੜ੍ਹਾ ਬਹੁਤਾ ਮੈਂ ਕਦੀ ਵਾਟਰ ਕਲਰ ਵਿੱਚ ਕੰਮ ਕਰ ਲੈਂਦਾ। ਤਾਂ ਇਉਂ ਇਹ ਇੱਕ ਮੇਰੇ ਕਹਿ ਲਓ ਜਿਹੜੇ ਪੱਕੇ ਸ਼ੌਕ ਨਹੀਂ ਹੈ। ਉਹ ਸਮੇਂ ਦੀ ਮੁਨਾਸਬਤ ਵਿੱਚ ਜਾਂ ਕਿਸ ਤਰ੍ਹਾਂ ਦੀ ਕੋਈ ਮਨ ਵਿੱਚ ਜਦੋਂ ਲਹਿਰ ਆਉਂਦੀ ਹੈ ਤਾਂ ਮੈਂ ਜਿਹੜੀ ਅਸਲੀ ਪੇਂਟਿੰਗ, ਜਿਹਨੂੰ ਮੈਂ ਡਿਜੀਟਲ ਪੇਂਟਿੰਗ ਦੇ ਮੁਕਾਬਲੇ ਅਸਲੀ ਪੇਂਟਿੰਗ ਕਹਿੰਦਾ, ਤਾਂ ਉਹ ਵੀ ਫਿਰ ਮੈਂ ਕਦੀ ਕਰ ਲੈਂਦਾ ਹੁੰਦਾ। ਇੱਕ ਇਹਦੇ ਨਾਲ ਜੇ ਆਪਾਂ ਗੱਲ ਜੋੜ ਕੇ ਦੇਖੀਏ ਤਾਂ ਜਿਹਨੂੰ ਅਸੀਂ ਕੈਲੀਗ੍ਰਾਫੀ ਕਹਿੰਦੇ ਹਾਂ ਜਾਂ ਸੁਲੇਖ ਲਿਖਾਈ ਤੁਸੀਂ ਕਹਿ ਸਕਦੇ ਹੋ, ਤਾਂ ਮੇਰੀ ਜਿਹੜੀ ਲਿਖਤ ਹੈ ਉਹ ਗੁਰਮੁਖੀ 'ਚ ਜਦੋਂ ਮੈਂ ਲਿਖਦਾ ਤਾਂ ਉਹਦੀ ਬਣਾਵਟ ਅੱਖਰਾਂ ਦੀ ਜਾਂ ਇਸ ਤਰ੍ਹਾਂ ਦੋਸਤਾਂ ਨੂੰ ਪਸੰਦ ਆਉਂਦੀ ਹੈ ਕਿ ਸਾਫ਼ ਹੈ, ਅੱਛੇ ਨੇ। ਤਾਂ ਉਹਦਾ ਫਿਰ ਨਤੀਜਾ ਇਹ ਹੋਇਆ ਕਿ ਮੇਰਾ ਖਿਆਲ 5-6 ਸਾਲ ਪਹਿਲਾਂ ਪੰਜਾਬੀ ਸੋਰਸ ਵਾਲੇ ਦੋਸਤਾਂ ਨੇ, ਵਿਰਦੀ ਇੱਕ ਦੋਸਤ ਸੀ ਸਾਡੇ,
ਉਹਨਾਂ ਨੇ ਮੇਰੇ ਅੱਖਰਾਂ ਦੀ ਬਣਾਵਟ ਨੂੰ ਲੈ ਕੇ ਇੱਕ ਪੂਰੇ ਦਾ ਪੂਰਾ ਫੌਂਟ ਤਿਆਰ ਕੀਤਾ। ਬਾਅਦ ਵਿੱਚ ਉਹਨੂੰ ਫਿਰ ਯੂਨੀਕੋਡ ਦੇ ਅੰਦਰ ਢਾਲ ਕੇ ਲੋਕਾਂ ਲਈ ਦੇ ਦਿੱਤਾ। ਉਸ ਫੌਂਟ ਦਾ ਨਾਮ ਉਹਨਾਂ ਨੇ ਰੱਖਿਆ ਕੁਹਾਰ ਵਾਲਾ ਫੌਂਟ। ਤਾਂ ਇਹਨੂੰ ਕਾਫੀ ਸਾਰੀਆਂ ਕਿਤਾਬਾਂ ਵੀ ਹੁਣ ਇਸ ਫੌਂਟ ਛਪ ਕੇ ਆ ਗਈਆਂ। ਤਾਂ ਇਉਂ ਜਿਹੜੇ ਮੇਰੇ ਸ਼ੌਕ ਨੇ ਉਹ ਤਕਰੀਬਨ ਅਨਿਯਮਤ ਜਿਹੇ ਹੈ, ਪਰ ਇੱਕ ਸ਼ੌਕ ਜਿਹੜਾ ਮਤਲਬ ਜਿਹਨੂੰ ਮੈਂ ਪੈਸ਼ਨ ਕਹਿ ਸਕਦਾ ਆਪਣਾ, ਉਹ ਹੈ ਮੇਰਾ ਬਾਗਬਾਨੀ ਦਾ, ਕਿ ਫੁੱਲ ਬੂਟਿਆਂ ਨਾਲ ਸਮਾਂ ਗੁਜ਼ਾਰਨਾ, ਉਹਨਾਂ ਦੀ ਦੇਖਭਾਲ ਕਰਨਾ। ਜਦੋਂ ਅਸੀਂ ਆਪਣੇ ਨਵੇਂ ਘਰ ਵਿੱਚ ਆਏ ਤਾਂ ਪਹਿਲਾਂ ਮੇਰਾ ਮਨ ਸੀ ਕਿ ਆਪਣੇ ਲੌਨ ਨੂੰ ਜਾਂ ਫੁੱਲ ਬੂਟਿਆਂ ਦੀ ਜਿਹੜੀ ਤਰਤੀਬ ਬਣਾ ਕੇ ਬਾਅਦ ਵਿੱਚ ਕਿਸੇ ਮਾਲੀ ਨੂੰ ਜਾਂ ਕਿਸੇ ਸਹਾਇਕ ਨੂੰ ਮੈਂ ਕੰਮ ਸੌਂਪ ਦੂੰਗਾ। ਪਰ ਬਾਅਦ ਵਿੱਚ ਫਿਰ ਮੈਨੂੰ ਉਹਦਾ ਸਵਾਦ ਇੰਨਾ ਪੈ ਗਿਆ ਕਿ ਮੈਂ ਉਹ ਹੁਣ ਆਪ ਹੀ ਸਾਰਾ ਕੰਮ ਕਰਦਾ। ਆਪਣੇ ਘਾਹ ਦੀ ਕਾਂਟ ਛਾਂਟ ਤੋਂ ਲੈ ਕੇ ਬੂਟਿਆਂ ਨੂੰ ਗੁੱਡਣ ਤੋਂ ਲੈ ਕੇ ਉਹਨਾਂ ਦੀ ਹੋਰ ਜਿਹੜੀਆਂ ਵੀ ਜ਼ਰੂਰਤਾਂ ਦੇਖਭਾਲ। ਤਾਂ ਇਹ ਜਿਹੜਾ ਕੰਮ ਕਹਿ ਸਕਦੇ ਹੋ ਜਾਂ ਹੌਬੀ ਕਹਿ ਸਕਦੇ ਹੋ ਜਾਂ ਸ਼ੌਕ ਕਹਿ ਸਕਦੇ ਹੋ, ਇਹ ਜ਼ਰੂਰ ਮੇਰਾ ਉਸ ਤਰ੍ਹਾਂ ਰੈਗੂਲਰ ਚੱਲਦਾ। ਜਿਵੇਂ ਮੈਂ ਕਿਹਾ ਕਿ ਮੇਰੀ ਕਵਿਤਾ ਵੀ ਕਈ ਵਾਰੀ ਮੈਥੋਂ ਵਿਸਰ ਜਾਂਦੀ ਹੈ, ਓਹਲੇ ਹੋ ਜਾਂਦੀ ਹੈ, ਉਹਦੇ ਵੱਲ ਮੈਂ ਧਿਆਨ ਬਹੁਤਾ ਨਹੀਂ ਧਰਦਾ। ਪਰ ਇਹ ਜਿਹੜੇ ਬੂਟੇ, ਕਿਉਂਕਿ ਰੋਜ਼ਮर्रा ਜ਼ਿੰਦਗੀ ਵਿੱਚ ਪਾਣੀ, ਛਾਂ, ਧੁੱਪ ਇਹਨਾਂ ਨੂੰ ਚਾਹੀਦੀ ਹੁੰਦੀ ਹੈ, ਅਤੇ ਇਸ ਕਰਕੇ ਮੈਂ ਫਿਰ ਸ਼ਾਇਦ ਉਹਨਾਂ ਤੋਂ ਵੇਸ ਵਾਲੇ ਨਹੀਂ ਹੋ ਸਕਦਾ। ਇਹ ਮੇਰਾ ਸ਼ੌਕ ਕਹਿ ਸਕਦੇ ਹਾਂ ਕਿ ਪੱਕੇ ਤੌਰ 'ਤੇ ਅਜੇ ਚੱਲ ਰਿਹਾ ਮੇਰੇ ਨਾਲ। ਤੇ ਫਿਰ ਚਲੋ ਇਹ ਮਤਲਬ ਜਿਹੜੀ 30 ਸਾਲਾਂ ਬਾਅਦ ਆਈ ਗਜ਼ਲਾਂ ਦੀ ਕਿਤਾਬ, ਇਹਨੂੰ ਦੋਸਤਾਂ ਨੇ, ਪੜ੍ਹਨ ਵਾਲਿਆਂ ਨੇ ਇੰਨਾ ਕੁ ਪਿਆਰ ਅਤੇ ਹੁੰਗਾਰਾ ਦਿੱਤਾ ਕਿ ਇਹਦਾ ਹੁਣ ਤੀਜਾ ਐਡੀਸ਼ਨ ਛਪ ਕੇ ਆ ਗਿਆ। ਅਤੇ ਇੱਕ ਐਡੀਸ਼ਨ ਜਿਹਦੀ ਮੈਂ ਖਾਸ ਤੌਰ 'ਤੇ ਗੱਲ ਕਰਨੀ ਚਾਹੁੰਦਾ, ਉਹ ਸ਼ਾਹਮੁਖੀ ਦੇ ਵਿੱਚ ਫੈਸਲਾਬਾਦ ਤੋਂ ਸਾਡੇ ਦੋਸਤ ਸ਼ਾਇਰ ਨੇ ਅੰਜੁਮ ਸਲੀਮੀ, ਉਹਨਾਂ ਨੇ ਇਸ ਕਿਤਾਬ ਨੂੰ ਸ਼ਾਹਮੁਖੀ ਦੇ ਵਿੱਚ ਛਾਪਿਆ। ਉੱਧਰੋਂ ਵੀ ਬਹੁਤ ਸਾਰਾ ਵਧੀਆ ਲਹਿੰਦੇ ਪੰਜਾਬ ਤੋਂ ਵੀ ਬਹੁਤ ਇਹਦਾ ਇੱਕ ਵਧੀਆ ਹੁੰਗਾਰਾ ਮੈਨੂੰ ਸਮੇਂ-ਸਮੇਂ ਮਿਲਦਾ ਰਹਿੰਦਾ। ਬਹੁਤ ਸਾਰੇ ਦੋਸਤਾਂ ਨੇ ਇਹਦਾ ਜ਼ਿਕਰ ਕੀਤਾ, ਬਹੁਤ ਸਾਰਾ ਦੋਸਤਾਂ ਨੇ ਇਸ ਸ਼ਾਇਰੀ ਦੀ ਤਾਰੀਫ ਕੀਤੀ। ਅਤੇ ਚਲੋ ਇਹ ਇੱਕ ਤਰ੍ਹਾਂ ਦਾ ਜ਼ੁਬਾਨਾਂ ਦੇ ਵਿੱਚ ਇੱਕ ਪੁਲ ਹੈ, ਗੁਰਮੁਖੀ ਤੋਂ ਸ਼ਾਹਮੁਖੀ ਵਿੱਚ ਜਾ ਕੇ ਕਿਸੇ ਕਿਤਾਬ ਦਾ, ਜਾਂ ਸ਼ਾਹਮੁਖੀ ਤੋਂ ਗੁਰਮੁਖੀ ਵਿੱਚ ਕਿਸੇ ਕਿਤਾਬ ਦਾ ਆ ਜਾਣਾ, ਉਹ ਸਮਝੋ ਕਿਤਾਬਾਂ ਦਾ ਜਾਂ ਸ਼ਾਇਰੀ ਦਾ ਜਾਂ ਜਿਹੜੀ ਸਾਹਿਤ ਦੀ ਇੱਕ ਦੁਨੀਆ, ਉਹਦਾ ਵਿਸਥਾਰ ਹੀ ਹੈ। ਆਖਰ ਵਿੱਚ ਮੈਂ ਕਿਤਾਬ 'ਚੋਂ ਇੱਕ ਗਜ਼ਲ ਪੜ੍ਹਦਾ ਜਿਹਦੇ ਵਿੱਚ ਕਿਤਾਬਾਂ ਤੇ ਕਿਤਾਬਾਂ ਵਰਗੇ ਲੋਕਾਂ ਦਾ ਜ਼ਿਕਰ ਹੈ। ਉਹ ਤੁਹਾਡੀ ਨਜ਼ਰ। ਕਿਤਾਬਾਂ ਵਰਗਿਆਂ ਲੋਕਾਂ ਨੂੰ ਖੁਦ ਵਿੱਚ ਜੋੜ ਲੈਂਦਾ ਹਾਂ। ਕਿਤਾਬਾਂ ਵਰਗਿਆਂ ਲੋਕਾਂ ਨੂੰ ਖੁਦ ਵਿੱਚ ਜੋੜ ਲੈਂਦਾ ਹਾਂ। ਮਿਲੇ ਗਹਿਰਾ ਕਿਤੇ ਲਿਖਿਆ ਤਾਂ ਵਰਕਾ ਮੋੜ ਲੈਂਦਾ ਹਾਂ। ਕਿਤਾਬਾਂ ਵਰਗਿਆਂ ਲੋਕਾਂ ਨੂੰ ਖੁਦ ਵਿੱਚ ਜੋੜ ਲੈਂਦਾ ਹਾਂ। ਮਿਲੇ ਗਹਿਰਾ ਕਿਤੇ ਲਿਖਿਆ ਤਾਂ ਵਰਕਾ ਮੋੜ ਲੈਂਦਾ ਹਾਂ। ਜੇ ਖੁੱਲੇ ਜਾਣ ਦੇਵਾਂ ਜਾਣਗੇ ਤੇਰੀ ਤਰਫ ਸਾਰੇ। ਜੇ ਖੁੱਲੇ ਜਾਣ ਦੇਵਾਂ ਜਾਣਗੇ ਤੇਰੀ ਤਰਫ ਸਾਰੇ। ਅਜੇ ਕੁਝ ਰਸਤਿਆਂ ਨੂੰ ਆਪਣੇ ਵੱਲ ਮੋੜ ਲੈਂਦਾ ਹਾਂ। ਜੇ ਖੁੱਲੇ ਜਾਣ ਦੇਵਾਂ ਜਾਣਗੇ ਤੇਰੀ ਤਰਫ ਸਾਰੇ। ਅਜੇ ਕੁਝ ਰਸਤਿਆਂ ਨੂੰ ਆਪਣੇ ਵੱਲ ਮੋੜ ਲੈਂਦਾ ਹਾਂ। ਦੁਆ ਦਿੰਦਾ ਹਾਂ ਜਿਸ ਅੰਬਰ ਨੂੰ ਪੂਰਨਮਾਸ਼ੀਆਂ ਵਾਲੀ। ਦੁਆ ਦਿੰਦਾ ਹਾਂ ਜਿਸ ਅੰਬਰ ਨੂੰ ਪੂਰਨਮਾਸ਼ੀਆਂ ਵਾਲੀ। ਮੈਂ ਉਸ ਦੀ ਰਾਤ ਚੋਂ ਹਰ ਰੋਜ਼ ਤਾਰੇ ਤੋੜ ਲੈਂਦਾ ਹਾਂ। ਦੁਆ ਦਿੰਦਾ ਹਾਂ ਜਿਸ ਅੰਬਰ ਨੂੰ ਪੂਰਨਮਾਸ਼ੀਆਂ ਵਾਲੀ। ਮੈਂ ਉਸ ਦੀ ਰਾਤ ਚੋਂ ਹਰ ਰੋਜ਼ ਤਾਰੇ ਤੋੜ ਲੈਂਦਾ ਹਾਂ। ਵਹਾ ਦਿੰਦਾ ਹਾਂ ਫੁੱਲਾਂ ਵਾਂਗ ਜੋ ਮੇਰੇ ਨਹੀਂ ਰਹਿੰਦੇ। ਵਹਾ ਦਿੰਦਾ ਹਾਂ ਫੁੱਲਾਂ ਵਾਂਗ ਜੋ ਮੇਰੇ ਨਹੀਂ ਰਹਿੰਦੇ। ਵਿਦਾਈ ਬਾਅਦ ਫਿਰ ਪਾਣੀ ਪਿਛਾਂ ਨੂੰ ਮੋੜ ਲੈਂਦਾ ਹਾਂ। ਵਹਾ ਦਿੰਦਾ ਹਾਂ ਫੁੱਲਾਂ ਵਾਂਗ ਜੋ ਮੇਰੇ ਨਹੀਂ ਰਹਿੰਦੇ। ਵਿਦਾਈ ਬਾਅਦ ਫਿਰ ਪਾਣੀ ਪਿਛਾਂ ਨੂੰ ਮੋੜ ਲੈਂਦਾ ਹਾਂ।
ਔਰ ਮੈਂ ਆਪਣੀ ਨੀਂਦ ਵਿੱਚ ਵੀ ਜਾਗਦਾ ਰਹਿਣਾ ਕਿਸੇ ਥਾਂ ਤੋਂ। ਮੈਂ ਆਪਣੀ ਨੀਂਦ ਵਿੱਚ ਵੀ ਜਾਗਦਾ ਰਹਿਣਾ ਕਿਸੇ ਥਾਂ ਤੋਂ। ਜਦੋਂ ਸੱਚ ਹੋਣ ਨੂੰ ਆਵੇ ਤਾਂ ਸੁਪਨਾ ਤੋੜ ਲੈਂਦਾ ਹਾਂ। ਮੈਂ ਆਪਣੀ ਨੀਂਦ ਵਿੱਚ ਵੀ ਜਾਗਦਾ ਰਹਿਣਾ ਕਿਸੇ ਥਾਂ ਤੋਂ। ਜਦੋਂ ਸੱਚ ਹੋਣ ਨੂੰ ਆਵੇ ਤਾਂ ਸੁਪਨਾ ਤੋੜ ਲੈਂਦਾ ਹਾਂ। ਕਿਤਾਬਾਂ ਵਰਗਿਆਂ ਲੋਕਾਂ ਨੂੰ ਖੁਦ ਵਿੱਚ ਜੋੜ ਲੈਂਦਾ ਹਾਂ। ਮਿਲੇ ਗਹਿਰਾ ਕਿਤੇ ਲਿਖਿਆ ਤਾਂ ਵਰਕਾ ਮੋੜ ਲੈਂਦਾ ਹਾਂ।